ਧੰਨ ਵਾਹਿਗੁਰੂ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਿਵੇਰਾ। ਤੇਰੇ ਜੀ ਪਹਿ ਲੀਜੈ ਰਹਾਉ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਨਿਓ ਨਾ ਪਾਵੈ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਸੁਭਾਇਮਾਨ ਹੋਏ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ। ਅੰਮ੍ਰਿਤ ਬਾਣੀ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਭਗਤਾਂ ਦੀ ਅੰਮ੍ਰਿਤ ਬਾਣੀ ਰਾਹੀਂ ਆਪਣੇ ਜੀਵਨ ਦੀ ਪਰਚੋਲ ਕਰਨ ਦਾ ਇਹ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਮਿਲਿਆ। ਅਸੀਂ ਅੰਮ੍ਰਿਤ ਬਾਣੀ ਦੇ ਰਾਹੀਂ ਆਪਣੇ ਜੀਵਨ ਦੀ ਪਰਚੋਲ ਕਰਨੀ ਹੈ। ਅਸੀਂ ਕਿਸ ਅਵਸਥਾ ਵਿੱਚ ਜੀ ਰਹੇ ਹਾਂ, ਗੁਰਬਾਣੀ ਸਾਨੂੰ ਕਿਹੜੀ ਅਵਸਥਾ ਵਿੱਚ ਜੀਣ ਲਈ ਪ੍ਰੇਰਨਾ ਕਰਦੀ ਹੈ। ਸੋ ਅੱਜ ਦਾ ਪਾਵਨ ਸ਼ਬਦ ਸੋਰਠ ਰਾਗ ਦਾ 9ਵਾਂ ਸ਼ਬਦ ਹੈ। ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਪਾਵਨ ਅੰਕ 656 ਦੇ ਉੱਤੇ ਦਰਗਾਹੀ ਬੋਲ ਦਰਜ ਹਨ। ਆਓ ਪਿਆਰ ਨਾਲ
ਅੱਜ ਇਸ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਿਨਾਮ ਸ੍ਰੀ ਵਾਹਿਗੁਰੂ। ਸਾਰੀ ਸ੍ਰਿਸ਼ਟੀ ਦੇ ਵਿੱਚ, ਕਾਇਨਾਤ ਦੇ ਅੰਦਰ ਜਿਤਨੇ ਵੀ ਜੀਵ ਮੇਰੇ ਪ੍ਰਭੂ ਨੇ ਪੈਦਾ ਕੀਤੇ ਹਨ, ਇਸ ਕਾਇਨਾਤ ਦੇ ਸਾਰੇ ਜੀਵਾਂ ਵਿੱਚੋਂ ਇੱਕ ਮਨੁੱਖ ਹੀ ਹੈ ਜੋ ਕੁਛ ਇਹ ਨਹੀਂ ਹੈ ਉਹ ਦਿਖਾਉਣ ਦਾ ਯਤਨ ਕਰਦਾ ਹੈ, ਔਰ ਜੋ ਕੁਛ ਹੈ ਇਹ ਲੋਕਾਂ ਨੂੰ ਦਿਖਾਉਂਦਾ ਨਹੀਂ। ਸਾਰੀ ਕਾਇਨਾਤ ਦੇ ਵਿੱਚ ਬਾਕੀ ਦੇ ਜਿਤਨੇ ਵੀ ਜੀਵ ਨੇ ਸੰਸਾਰ ਦੇ ਵਿੱਚ, ਉਹ ਜਿੱਦਾਂ ਦੇ ਹਨ ਉੱਦਾਂ ਦੇ ਹੀ ਆਪਣੇ ਆਪ ਨੂੰ ਦਿਖਾਉਂਦੇ ਹਨ। ਹਰ ਇੱਕ ਮਨੁੱਖ ਹੈ ਕਿ ਜੋ ਕੁਛ ਇਹ ਨਹੀਂ ਹੈ ਉਹ ਦਿਖਾਲਦਾ ਹੈ, ਜੋ ਕੁਛ ਹੈ ਇਸ ਨੂੰ ਲੁਕਾਉਂਦਾ ਹੈ, ਛਿਪਾਉਂਦਾ ਹੈ, ਲੋਕਾਂ ਨੂੰ ਪਤਾ ਨਾ ਚੱਲੇ। ਇਸ ਕਰਕੇ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਇੱਕ ਮਨੁੱਖੀ ਜਾਮਾ ਹੈ ਜਿਹੜਾ ਕਿ ਕਪਟ ਕਰਦਾ ਹੈ, ਕਪਟੀ ਜ਼ਿੰਦਗੀ ਜਿਉਂਦਾ ਹੈ, ਜਿਸ ਦੇ ਅੰਦਰ ਛਲ ਹੈ, ਫਰੇਬ ਹੈ, ਕਪਟ ਹੈ, ਧੋਖਾ ਹੈ, ਠੱਗੀ ਹੈ। ਇਹ ਜਿਹੜੀ ਬਿਰਤੀ ਹੈ ਇਹ ਮਨੁੱਖ ਦੇ ਕੋਲ ਹੀ ਹੈ। ਹੋਰ ਸਾਰੀ ਮਖਲੂਕਾਤ ਦੇ ਵਿੱਚ ਜਿਤਨੀਆਂ ਵੀ ਜੂਨਾਂ ਨੇ ਉਹਨਾਂ ਕਿਸੇ ਦੇ ਵਿੱਚ ਇਹ ਬਿਰਤੀ ਨਹੀਂ ਹੈ। ਮਨੁੱਖ ਦੇ ਜੀਵਨ ਦੇ ਵਿੱਚ ਦੋ ਤਰੀਕਾਂ ਦੇ ਨਾਲ ਕਪਟ ਦਾ ਜਨਮ ਹੁੰਦਾ ਹੈ। ਉਹਦੇ ਦੋ ਕਾਰਨ ਨੇ। ਜੋ ਸਾਡੇ ਅੰਦਰ ਕਪਟ ਦਾ ਜਨਮ ਹੁੰਦਾ ਉਸਦੇ ਦੋ ਕਾਰਨ ਨੇ। ਇੱਕ ਕਾਰਨ ਹੈ ਕਿ ਮਨੁੱਖ ਆਪਣੇ ਪਰਿਵਾਰ ਦੀ ਸੁੱਖ ਸਹੂਲਤਾਂ ਵਾਸਤੇ ਇਹ ਮਨੁੱਖਤਾ ਦੇ ਨਾਲ ਧੋਖਾ ਕਰਦਾ ਵੀ ਮੇਰਾ ਪਰਿਵਾਰ ਸੁਖੀ ਹੋਵੇ, ਮੇਰਾ ਪਰਿਵਾਰ ਖੁਸ਼ਹਾਲ ਹੋਵੇ। ਉਸ ਕਰਕੇ ਮਨੁੱਖ ਜਿਹੜਾ ਹੈ ਉਹ ਫਿਰ ਲੋਕਾਂ ਨਾਲ ਕਪਟ ਕਰਦਾ, ਛਲ ਕਰਦਾ, ਉਸ ਬਿਰਤੀ ਵਿੱਚ ਜਿਉਂਦਾ। ਔਰ ਦੂਸਰਾ ਕਾਰਨ ਹੈ ਕਿ ਮਨੁੱਖ ਦੇ ਅੰਦਰ ਕਪਟ ਦਾ ਦੂਜਾ ਕਾਰਨ ਹੈ ਮਨੁੱਖ ਦੀ ਹਉਮੈ ਹੈ। ਭਾਵੇਂ ਗੁਰਬਾਣੀ ਨੇ ਇਸ ਰੋਗ ਨੂੰ ਬੜਾ ਲੰਬਾ ਕਿਹਾ, ਹਉਮੈ ਦੀਰਘ ਰੋਗ ਹੈ। ਮਨੁੱਖੀ ਇੱਕ ਫਿਤਰਤ ਹੈ ਕਿ ਜਿਤਨੇ ਵੀ ਰੋਗ ਇਸ ਨੂੰ ਲੱਗਦੇ ਨੇ ਇਹ ਉਹਨਾਂ ਨੂੰ ਘਟਾਉਣ ਦਾ ਯਤਨ ਕਰਦਾ ਹੈ। ਜਿਤਨੇ ਵੀ ਰੋਗ ਲੱਗਦੇ ਨੇ ਉਹਨਾਂ ਸਾਰੇ ਰੋਗਾਂ ਨੂੰ ਇਹ ਘਟਾਉਣ ਦਾ ਯਤਨ ਕਰਦਾ ਹੈ, ਪਰ ਹਉਮੈ ਦਾ ਜਿਹੜਾ ਰੋਗ ਹੈ ਉਸ ਨੂੰ ਮਨੁੱਖ ਵਧਾਉਣ ਦਾ ਯਤਨ ਕਰਦਾ ਹੈ। ਆਪਣੀ ਹਉਮੈ ਨੂੰ ਪੱਠੇ ਪਾ ਕੇ ਹੋਰ ਹਉਮੈ ਵਧਾਉਣਾ ਚਾਹੁੰਦਾ, ਇਸ ਰੋਗ ਨੂੰ ਹੋਰ ਪ੍ਰਚੰਡ ਕਰਨਾ ਚਾਹੁੰਦਾ। ਉੱਥੋਂ ਫਿਰ ਮਨੁੱਖ ਦੀ ਜ਼ਿੰਦਗੀ ਵਿੱਚ ਅਹੰਕਾਰ ਪੈਦਾ ਹੁੰਦਾ, ਕਿਉਂਕਿ ਹਉਮੈ ਜਿਹੜੀ ਹੈ ਦੋ ਚੀਜ਼ਾਂ ਦੀ ਭੁੱਖੀ ਹੈ, ਆਪਣੀ ਖੁਸ਼ਾਮਦ ਦੀ, ਆਪਣੀ ਵਡਿਆਈ ਦੀ, ਆਪਣੀ ਉਪਮਾ ਦੀ। ਹਉਮੈ ਨੂੰ ਦੋ ਚੀਜ਼ਾਂ ਦੀ ਭੁੱਖ ਹੈ ਵੀ ਮੇਰੀ ਜੈ ਜੈਕਾਰ ਹੋਵੇ, ਲੋਕ ਮੇਰੀ ਵਡਿਆਈ ਕਰਨ। ਹਉਮੈ ਦੀ ਜਿਹੜੀ ਭੁੱਖ ਹੈ ਨਾ ਇਹ ਦੋ ਚੀਜ਼ਾਂ ਦੀ ਹੈ, ਵਡਿਆਈ ਅਤੇ ਆਪਣੀ ਉਪਮਾ। ਅਤੇ ਜਦੋਂ ਮਨੁੱਖ ਆਪਣੀ ਵਡਿਆਈ, ਆਪਣੀ ਉਪਮਾ ਚਾਹੁੰਦਾ ਹੈ ਔਰ ਇਹ ਭੁੱਖ ਮਨੁੱਖ ਦੇ ਅੰਦਰ ਪ੍ਰਬਲ ਹੈ, ਤਾਂ ਦੂਜਾ ਕਾਰਨ ਕਪਟ ਦਾ ਇਹ ਬਣਦਾ ਹੈ ਕਿ ਮਨੁੱਖ ਜੋ ਕੁਛ ਹੈ ਉਸ ਨੂੰ ਲੋਕਾਂ ਤੋਂ ਲੁਕਾ ਕੇ ਰੱਖਦਾ ਹੈ ਅਤੇ ਲੋਕਾਂ ਦੇ ਨਾਲ ਕਪਟ ਭਰੀ ਜ਼ਿੰਦਗੀ ਜਿਉਂਦਾ ਹੈ। ਉੱਥੇ ਫਿਰ ਲੋਕਾਂ ਨਾਲ ਇਹ ਕਪਟ ਕਰਦਾ ਹੈ, ਵਿਖਾਉਂਦਾ ਕੁਛ ਹੋਰ ਹੈ, ਹੁੰਦਾ ਕੁਛ ਹੋਰ ਹੈ। ਦੂਜਾ ਕਾਰਨ ਇਹ ਹੈ ਜੋ ਕਪਟ ਦਾ ਜਨਮ ਹੁੰਦਾ ਹੈ ਮਨੁੱਖ ਦੇ ਜੀਵਨ 'ਚ। ਭਾਵ ਕਿ ਉੱਦਾਂ ਦਾ ਹੈ ਨਹੀਂ ਹੈ, ਪਰ ਲੋਕਾਂ ਨੂੰ ਦਿਖਾਉਣ ਦਾ ਯਤਨ ਕਰ ਰਿਹਾ। ਉੱਥੋਂ ਫਿਰ ਮਨੁੱਖ ਦੇ ਅੰਦਰ ਛਲ, ਕਪਟ, ਧੋਖਾ, ਠੱਗੀ, ਇਹ ਸਾਰੀਆਂ ਚੀਜ਼ਾਂ ਦਾ ਜਨਮ ਹੁੰਦਾ ਹੈ। ਉੱਥੋਂ ਵੀ ਫਿਰ ਗੁਰਬਾਣੀ ਕਹਿੰਦੀ ਹੈ ਕਿ ਇਸ ਦਾ ਜਿਹੜਾ ਜੀਵਨ ਕਿਰਦਾਰ ਹੈ ਮਨੁੱਖ ਦਾ, ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਇਹ ਸੰਸਾਰ ਦੇ ਵਿੱਚ ਆ ਕੇ ਸੰਸਾਰ ਦੇ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਪਾਉਂਦਾ ਹੈ।
ਸੰਸਾਰ ਦੇ ਲੋਕ ਬੜੇ ਪ੍ਰਭਾਵਿਤ ਹੋ ਜਾਂਦੇ ਹਨ ਔਰ ਸਮਝਣ ਲੱਗ ਪੈਂਦੇ ਹਨ ਵੀ ਸ਼ਾਇਦ ਇਹ ਜਿਹੜਾ ਮਨੁੱਖ ਹੈ ਉਹ ਮਨੁੱਖ ਸੰਸਾਰ ਦੇ ਵਿੱਚ ਆ ਕੇ ਆਪਣੀ ਜੈ ਜੈਕਾਰ ਦੇ ਪਿੱਛੇ ਉਹ ਕੂੜ ਕਪਟ ਦੇ ਵਿੱਚ ਰੁੱਝ ਜਾਂਦਾ ਹੈ। ਗੁਰਬਾਣੀ ਤਾਂ ਇੱਥੇ ਤੱਕ ਕਹਿੰਦੀ ਹੈ, ਕਹਿੰਦੇ ਮਨੁੱਖ ਦੀ ਇੱਕ ਬਿਰਤੀ ਹੈ ਕਿ ਕੂੜ ਕਪਟ ਅਹੰਕਾਰ ਰੁਝਾਨਾ। ਮਨੁੱਖ ਜਿਹਦੇ ਵਿੱਚ ਗਲਤਾਨ ਹੈ, ਕੂੜ ਹੈ, ਕਪਟ ਹੈ ਅਤੇ ਅਹੰਕਾਰ ਦੇ ਵਿੱਚ ਇਹ ਰੁੱਝਿਆ ਰਹਿੰਦਾ ਹੈ। ਰੁੱਝਿਆ ਦਾ ਅਰਥ ਹੁੰਦਾ ਫਸਿਆ ਹੋਇਆ, ਗਲਤਾਨ ਹੋ ਜਾਣਾ। ਕੂੜ ਕਪਟ ਅਹੰਕਾਰ ਰੁਝਾਨਾ। ਇਸ ਕਰਕੇ ਇਹ ਕੀ ਕਰਦਾ ਹੈ ਕਿ ਜਦੋਂ ਆਪਣੀ ਉਪਮਾ ਚਾਹੁੰਦਾ ਹੈ ਅਤੇ ਬਾਹਰੋਂ ਧਾਰਮਿਕ ਲਿਬਾਸ ਧਾਰਨ ਕਰ ਲੈਂਦਾ ਹੈ, ਕੋਈ ਮੇਰੇ ਧੋਖੇ ਨੂੰ ਫੜ ਨਾ ਲਵੇ। ਕਈ ਵਾਰੀ ਸੰਤਾਂ ਦਾ ਲਿਬਾਸ, ਧਾਰਮਿਕ ਲਿਬਾਸ, ਇਸ ਕਰਕੇ ਕਿ ਲੋਕ ਮੇਰੀ ਚਲਾਕੀ ਨੂੰ ਫੜ ਨਾ ਸਕਣ, ਕਿਉਂਕਿ ਉਪਮਾ ਦੀ ਭੁੱਖ ਲੱਗੀ ਹੋਈ ਹੈ, ਆਪਣੀ ਜੈ ਜੈਕਾਰ ਦੀ ਭੁੱਖ ਲੱਗੀ ਹੋਈ ਹੈ। ਇਸ ਕਰਕੇ ਮਨੁੱਖ ਇਹ ਕੋਸ਼ਿਸ਼ ਕਰਦਾ ਰਹਿੰਦਾ ਵੀ ਕਿਸੇ ਦੀ ਨਜ਼ਰ ਦੇ ਵਿੱਚ ਮੈਂ ਆ ਨਾ ਜਾਵਾਂ, ਕੋਈ ਸੰਸਾਰ ਦੇ ਲੋਕ ਮੈਨੂੰ ਫੜ ਨਾ ਲੈਣ, ਕਿਤੇ ਐਸਾ ਨਾ ਹੋਵੇ ਕਿ ਸੰਸਾਰ ਦੇ ਲੋਕਾਂ ਨੂੰ ਮੇਰੇ ਬਾਰੇ ਪਤਾ ਨਾ ਚੱਲ ਜਾਏ। ਇਸ ਕਰਕੇ ਇਹ ਕੀ ਕਰਦਾ ਹੈ, ਇਸ ਸੰਸਾਰ ਦੇ ਵਿੱਚ ਆ ਕੇ ਆਪਣੇ ਬਾਹਰੀ ਲਿਬਾਸ ਕਰਕੇ ਸੰਸਾਰ ਦੇ ਲੋਕਾਂ ਨੂੰ ਫਿਰ ਇਹ ਮੂਰਖ ਬਣਾਉਂਦਾ ਹੈ। ਫਿਰ ਪਾਖੰਡ ਵੀ ਕਰਦਾ ਹੈ, ਕਰਮ ਕਾਂਡ ਵੀ ਕਰਦਾ ਹੈ, ਹੋਰ ਜੋ ਕੁਛ ਕਰ ਸਕਦਾ ਹੈ ਇਹ ਧਾਰਮਿਕ ਲਿਬਾਸ ਦੇ ਪਿੱਛੇ ਹਰ ਇੱਕ ਕੰਮ ਕਰਦਾ ਹੈ। ਪਰ ਉਸ ਦਾ ਰਿਜ਼ਲਟ ਕੀ ਹੈ? ਇੱਕ ਤਾਂ ਛਲ ਬੰਦਾ ਕਰ ਰਿਹਾ ਹੈ ਆਪਣੇ ਪਰਿਵਾਰ ਦੇ ਸੁੱਖ ਵਾਸਤੇ। ਫਿਰ ਗੱਲ ਨੂੰ ਸਮਝਿਓ, ਇੱਕ ਛਲ ਮੇਰਾ ਪਰਿਵਾਰ ਸੁਖੀ ਹੋਣਾ ਚਾਹੀਦਾ ਹੈ, ਮੇਰੇ ਘਰ ਸਾਰੀਆਂ ਸੁੱਖ ਸੁਵਿਧਾਵਾਂ ਹੋਣੀਆਂ ਚਾਹੀਦੀਆਂ, ਇਸ ਕਰਕੇ ਮਨੁੱਖ ਕਪਟ ਕਰ ਰਿਹਾ। ਦੂਜਾ ਕਪਟ ਇਸ ਕਰਕੇ ਕਰ ਰਿਹਾ ਹੈ ਕਿ ਮੇਰੀ ਉਪਮਾ ਜੋ ਬਣੀ ਹੈ ਸੰਸਾਰ ਦੇ ਵਿੱਚ, ਮੇਰੀ ਵਡਿਆਈ ਬਣੀ ਹੈ, ਇਹ ਵਡਿਆਈ ਕਿਤੇ ਖਤਮ ਨਾ ਹੋ ਜਾਏ, ਮੇਰੀ ਜੈ ਜੈਕਾਰ ਕਿਤੇ ਘਟ ਨਾ ਜਾਏ। ਇਸ ਕਰਕੇ ਮਨੁੱਖ ਫਿਰ ਜੋ ਧਾਰਮਿਕ ਲਿਬਾਸ ਦਾ ਆਸਰਾ ਲੈਂਦਾ ਔਰ ਉੱਥੇ ਫਿਰ ਛਲ ਕਰਦਾ ਹੈ। ਉਸ ਨੂੰ ਗੁਰਬਾਣੀ ਕਹਿੰਦੀ ਹੈ, ਕਹਿੰਦੇ ਹਿਰਦੈ ਜਿਨ ਕੈ ਕਪਟ ਵਸੈ ਬਾਹਰੋਂ ਸੰਤ ਕਹਾਏ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਕਪਟ ਹੈ, ਛਲ ਹੈ, ਬਾਹਰੋਂ ਸੰਤ ਅਖਵਾਉਂਦੇ ਹਨ। ਆਪ ਕਰਨਾ, ਬਹੁਤੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਲੋਕ ਬਾਹਰੋਂ ਐਸਾ ਲਿਬਾਸ ਪਾ ਲੈਂਦੇ ਹਨ ਅਤੇ ਲੋਕ ਪ੍ਰਭਾਵਿਤ ਹੋ ਜਾਂਦੇ ਹਨ, ਧਰਮ ਦਾ ਲਿਬਾਸ, ਪਰ ਅੰਦਰ ਕੀ ਹੈ? ਕਪਟ ਹੈ। ਮੈਂ ਆਪਣਾ ਡੇਰਾ ਵਧਾਉਣਾ ਹੈ, ਮੈਂ ਗੱਡੀਆਂ ਵਧਾਉਣੀਆਂ ਨੇ, ਮੈਂ ਆਪਣੇ ਮਨਮਰਜ਼ੀ ਦੀਆਂ ਚੀਜ਼ਾਂ ਖਰੀਦਣੀਆਂ। ਜੇ ਉਹਨਾਂ ਦਾ ਜੀਵਨ ਕਿਰਦਾਰ ਵੇਖੋ ਤਾਂ ਕਿਤੇ ਮੈਚ ਨਹੀਂ ਕਰਦਾ ਉਸ ਧਾਰਮਿਕ ਜੀਵਨ ਦੇ ਨਾਲ, ਜੋ ਧਾਰਮਿਕ ਜੀਵਨ ਗੁਰੂ ਸਾਹਿਬ ਜੀ ਨੇ ਸਾਨੂੰ ਦਰਸਾਇਆ। ਸਗੋਂ ਲੋਕਾਂ ਨੂੰ ਉਹ ਧਰਮ ਕਰਮ ਵਿਖਾਲ ਕੇ ਨਾ ਹਿਰਦੇ ਵਿੱਚ ਕਪਟ ਰੱਖਦਾ ਹੈ, ਪਰ ਉਸ ਨੂੰ ਪ੍ਰਾਪਤੀ ਕੀ ਹੁੰਦੀ ਹੈ? ਉਸ ਨੂੰ ਮਿਲਦਾ ਕੀ ਹੈ ਜਦੋਂ ਐਸਾ ਜੀਵਨ ਜਿਉਂਦਾ ਹੈ? ਮਹਾਰਾਜ ਕਹਿੰਦੇ ਹਿਰਦੈ ਜਿਨ ਕੈ ਕਪਟ ਵਸੈ ਬਾਹਰੋਂ ਸੰਤ ਕਾਹੇ, ਤ੍ਰਿਸ਼ਨਾ ਮੂਲ ਨਾ ਚੁਕਈ ਅੰਤ ਗਏ ਪਛਤਾਏ। ਉਹਨਾਂ ਦੇ ਅੰਦਰ ਤ੍ਰਿਸ਼ਨਾ ਮੁਕਦੀ ਨਹੀਂ, ਪਰ ਜਦੋਂ ਜਾਂਦੇ ਨੇ ਸੰਸਾਰ ਤੋਂ ਫਿਰ ਪਛਤਾਵਾ ਲੈ ਕੇ ਜਾਂਦੇ ਨੇ ਕਿ ਸੰਸਾਰ ਦੇ ਵਿੱਚ ਆਏ ਤਾਂ ਸਾਂ, ਪਰ ਅਸੀਂ ਕੋਈ ਚੰਗਾ ਕੰਮ ਨਹੀਂ ਕਰ ਸਕੇ। ਲੋਕਾਂ ਨੂੰ ਤਾਂ ਅਸੀਂ ਧਾਰਮਿਕ ਬਣ ਕੇ ਦਿਖਾਤਾ, ਪਰ ਅਸੀਂ ਧਾਰਮਿਕ ਨਹੀਂ ਬਣ ਸਕੇ। ਪਿਆਰ ਵੱਲੋਂ ਸੱਚ ਜਾਣਨਾ, ਗੁਰੂ ਨਾਨਕ ਪਾਤਸ਼ਾਹ ਜਦੋਂ ਸੰਸਾਰ ਨੂੰ ਗਿਆਨ ਦੇਣ ਵਾਸਤੇ, ਸੰਸਾਰ ਦੇ ਭਲੇ ਵਾਸਤੇ, ਉਧਾਰ ਵਾਸਤੇ ਜਾਂਦੇ ਨੇ ਅਤੇ ਗੁਰੂ ਨਾਨਕ ਪਾਤਸ਼ਾਹ ਬਨਾਰਸ ਪਹੁੰਚਦੇ ਹਨ। ਬਨਾਰਸ ਦੇ ਵਿੱਚ ਭਾਈ ਮਰਦਾਨਾ, ਗੁਰੂ ਨਾਨਕ ਪਾਤਸ਼ਾਹ ਦੋਵੇਂ ਜੁੜ ਕੇ ਬੈਠੇ ਹੋਏ ਹਨ, ਬੜੀ ਰੱਬੀ ਮਸਤੀ ਦੇ ਵਿੱਚ ਕੀਰਤਨ ਕਰ ਰਹੇ ਹਨ। ਹਜ਼ੂਰ ਦੀ ਰੱਬੀ ਮਸਤੀ ਵਿੱਚ ਰੁੱਝੇ ਹੋਏ ਭਾਈ ਮਰਦਾਨਾ ਵੀ ਬਿਲਕੁਲ ਪੂਰਨ ਪਿਆਰ ਦੇ ਵਿੱਚ, ਅਤੇ ਇੱਕ ਸ਼ਬਦ ਨੂੰ ਬਾਰ-ਬਾਰ ਗਾਈ ਜਾ ਰਹੇ ਨੇ, ਬਗਲੇ ਤੇ ਫੁਨ ਹੰਸਲਾ ਹੋਵੇ ਜੇ ਤੂੰ ਕਰੇ ਦਿਆਲਾ, ਪ੍ਰਣਵਤ ਨਾਨਕ ਦਾਸਨ ਦਾਸਾ ਦਇਆ ਕਰੋ ਦਿਆਲਾ। ਇਹ ਸ਼ਬਦ ਬਾਰ-ਬਾਰ ਗਾਏ ਜਾ ਰਹੇ ਹਨ। ਕੁਛ ਦੂਰੀ 'ਤੇ ਪੰਡਿਤ ਚਤੁਰਦਾਸ ਬੈਠਾ ਸੀ, ਬੜਾ ਚਤੁਰ ਸੀ, ਬੜਾ ਚਲਾਕ ਸੀ। ਉਹਦੇ ਕੋਲੋਂ ਰਿਹਾ ਨਾ ਗਿਆ, ਉਹ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਕੇ ਬੈਠ ਗਿਆ। ਸ਼ਬਦ ਸਮਾਪਤ ਨਾ ਕਰਨ, ਇਹਨਾਂ ਪੰਕਤੀਆਂ ਨੂੰ ਬਾਰ-ਬਾਰ ਦੁਹਰਾਈ ਜਾਣ। ਬਗਲੇ ਤੇ ਫੁਨ ਹੰਸਲਾ ਹੋਵੇ ਜੇ ਤੂੰ ਕਰੇ ਦਿਆਲਾ, ਪ੍ਰਣਵਤ ਨਾਨਕ ਦਾਸਨ ਦਾਸਾ ਦਇਆ ਕਰੋ ਦਿਆਲਾ।
ਇਹਦੇ ਕੋਲੋਂ ਰਿਆ ਨਹੀਂ ਗਿਆ। ਜਦੋਂ ਗੁਰੂ ਸਾਹਿਬ ਜੀ ਨੇ ਕੀਰਤਨ ਦੀ ਸਮਾਪਤੀ ਕੀਤੀ ਤੇ ਹਜ਼ੂਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਵੀ ਇਹ ਸਮਝ ਨਹੀਂ ਆਇਆ, ਹੰਸਲੇ ਤੇ ਪੁਲ ਬੰਗਲਾ ਹੋਵੇ, ਇਹ ਕਿਵੇਂ ਹੋ ਸਕਦਾ? ਤੁਸੀਂ ਬਾਰ-ਬਾਰ ਇੱਕੋ ਸ਼ਬਦ ਨੂੰ ਰਿਪੀਟ ਕਰ ਰਹੇ ਹੋ, ਮੈਨੂੰ ਗੱਲ ਸਮਝ ਨਹੀਂ ਆਈ ਤੁਹਾਡੀ। ਪਰ ਹਾਂ, ਤੁਹਾਡੀ ਬਿਰਤੀ ਨੂੰ ਵੇਖ ਕੇ, ਤੁਹਾਡੀ ਸੁਰਤੀ ਨੂੰ ਵੇਖ ਕੇ, ਤੁਹਾਡੇ ਜੁੜਾਓ ਨੂੰ ਵੇਖ ਕੇ, ਤੁਹਾਡੇ ਵਚਨਾਂ ਨੂੰ ਸੁਣ ਕੇ ਐਡਾ ਆਨੰਦ ਆਇਆ ਕਿ ਮੇਰਾ ਮਨ ਟਿਕ ਗਿਆ। ਪਰ ਹਜ਼ੂਰ ਇਹ ਗੱਲ ਦੱਸੋ ਵੀ ਬਗਲੇ ਤੇ ਫੁਨ ਹੰਸਲਾ ਹੋਵੇ ਕੀ ਹੈ? ਇਹ ਕਿਵੇਂ ਹੋ ਸਕਦਾ ਜੀਵਨ ਵੀ ਬਗਲੇ ਤੇ ਹੰਸਲਾ ਬਣ ਜਾਏ? ਇਹ ਮੇਰੀ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਚਤੁਰਦਾਸ ਜੀ, ਸੱਚ ਗੱਲ ਤਾਂ ਇਹ ਹੈ ਕਿ ਮਨੁੱਖ ਜਿਹੜਾ ਹੈ ਉਹ ਕਪਟ ਕਰਕੇ ਬਗਲੇ ਦੀ ਨਿਆਈ ਹੈ। ਜਿਵੇਂ ਬਗਲਾ ਕਪਟੀ ਹੁੰਦਾ ਨਾ, ਗੁਰਬਾਣੀ 'ਚ ਲਿਖਿਆ ਹੋਇਆ ਹੈ, ਕਹਿੰਦੇ ਜਿਹੜਾ ਬਗਲਾ ਹੈ ਨਾ, ਉਹ ਜੇ ਸਮਾਧੀ ਵੀ ਲਾਵੇ ਪਰ ਉਹਦੇ ਅੰਦਰ ਕਪਟ ਹੈ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਜੇ ਮਾਨਸਰੋਵਰ 'ਤੇ ਕਿਤੇ ਬਗਲਾ ਚਲਾ ਜਾਏ, ਹੰਸ ਜਾਏਗਾ ਤੇ ਉਸਨੇ ਹੀਰਾ ਮੋਤੀ ਚੁਗਣਾ, ਪਰ ਜੇ ਕਿਤੇ ਉੱਥੇ ਬਗਲਾ ਚਲਾ ਜਾਏ ਪਿਆਰ ਵਾਲਿਓ, ਉਸਨੇ ਉੱਥੇ ਕਪਟ ਕਰਨਾ ਹੈ, ਅੱਖਾਂ ਬੰਦ ਕਰ ਲੈਣੀਆਂ, ਪਰ ਉਹਦੀ ਜਿਹੜੀ ਖੁਰਾਕ ਕੀ ਹੈ? ਬਗ ਡੱਡਾ ਭਾਲਣ ਜਾਵੇ। ਉੱਥੇ ਅੱਖਾਂ ਬੰਦ ਕਰਕੇ ਵੀ ਬੈਠਾ ਹੋਏਗਾ, ਪਰ ਉਹ ਮੱਛੀਆਂ ਲੱਭ ਰਿਹਾ ਹੋਏਗਾ, ਹੀਰੇ ਮੋਤੀ ਨਹੀਂ ਲੱਭ ਰਿਹਾ ਉੱਥੇ ਮਾਨਸਰੋਵਰ 'ਤੇ। ਉਹਦੀ ਨਜ਼ਰ ਕਿਸ ਦੇ ਉੱਤੇ? ਮੱਛੀਆਂ ਦੇ ਉੱਤੇ ਨਜ਼ਰ ਹੈ, ਔਰ ਅੱਖ ਬਿਲਕੁਲ ਬੰਦ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਪਟੀ ਜ਼ਿੰਦਗੀ ਉਹ ਬਗਲੇ ਦੀ ਨਿਆਈ ਹੈ, ਅਤੇ ਜਿਹੜੀ ਹੰਸ ਦੀ ਅਸੀਂ ਗੱਲ ਕਰ ਰਹੇ ਨੇ, ਉਹਦਾ ਜਿਹੜਾ ਮਨੁੱਖ ਨਿਰਛਲ ਹੋ ਗਿਆ, ਨਿਰਕਪਟ ਹੋ ਗਿਆ, ਜਿਹਦੇ 'ਚ ਨੇਹ ਕਪਟ ਹੋ ਗਿਆ ਬੰਦਾ, ਉਹਨੂੰ ਹੰਸ ਦੀ ਬਿਰਤੀ 'ਤੇ ਕਿਹਾ। ਕਹਿੰਦੇ ਬਗਲੇ ਬਿਰਤੀ ਵਾਲਾ ਜਿਹੜਾ ਮਨੁੱਖ ਹੈ, ਜਿਹੜਾ ਸੰਸਾਰ ਦੇ ਵਿੱਚ ਕੇਵਲ ਠੱਗੀਆਂ ਵਾਲੇ ਪਾਸੇ ਲੱਗਿਆ ਹੋਇਆ ਹੈ, ਧਾਰਮਿਕ ਲਿਬਾਸ ਪਾ ਕੇ ਲੋਕਾਂ ਨੂੰ ਠੱਗ ਰਿਹਾ, ਆਪਣੇ ਆਪ ਨੂੰ ਤਾਂ ਭੁਲੇਖੇ 'ਚ ਰੱਖਿਆ ਹੀ ਹੋਇਆ ਹੈ। ਚਤੁਰਦਾਸ ਨੂੰ ਕਹਿਣ ਲੱਗੇ ਹੋਰ ਕਈਆਂ ਨੂੰ ਭੁਲੇਖੇ 'ਚ ਰੱਖਦਾ। ਸਰ ਜਾਣੋ, ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਫਿਰ ਇਸ ਨੂੰ ਜਦੋਂ ਇਸਨੇ ਕਿਹਾ ਮਹਾਰਾਜ ਪੂਰੀ ਗੱਲ ਸਮਝਾਓ, ਮੇਰੀ ਗੱਲ ਸਮਝ ਨਹੀਂ ਆਈ, ਫਿਰ ਸਤਿਗੁਰੂ ਨੇ ਪੂਰਾ ਸ਼ਬਦ ਉਸਨੇ ਸੁਣਾਇਆ। ਕਹਿਣਗੇ ਸਾਲ ਗ੍ਰਾਮ ਵੇ ਪੂਜ ਮਨਾਵੋ, ਸੁਕ੍ਰਿਤ ਤੁਲਸੀ ਮਾਲਾ, ਰਾਮ ਨਾਮ ਜਬ ਬੇੜਾ ਬਾਂਧੋ, ਦਇਆ ਕਰੋ ਦਇਆਲਾ, ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਡੈਕ ਦੀਵਾਲ ਕਾਹੇ ਕਚਲਾਵੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੁਲਸੀ ਦੀ ਮਾਲਾ ਪਾਈ ਤੁਸੀਂ? ਕਹਿੰਦੇ ਹਾਂ ਜੀ, ਮੈਂ ਧਾਰਮਿਕ ਹਾਂ। ਬਾਬਾ ਜੀ ਕਹਿੰਦੇ ਅੰਦਰੋਂ ਹੰਸ ਹੈ ਕਿ ਬਗਲਾ? ਮਹਾਰਾਜ ਬਗਲਾ। ਜਦੋਂ ਬਾਰ-ਬਾਰ ਸ਼ਬਦ ਸੁਣਿਆ ਤੇ ਅੰਦਰਲਾ ਮੈਨੂੰ ਗਿਆਨ ਆਇਆ ਵੀ ਤੂੰ ਤਾਂ ਬਗਲਾ ਹੈ, ਤੂੰ ਤਾਂ ਕਪਟੀ ਹੈ। ਬਾਹਰੋਂ ਤੂੰ ਧਾਰਮਿਕ ਲਿਬਾਸ ਪਾਇਆ ਹੋਇਆ, ਪਰ ਅੰਦਰ ਤੇਰੇ ਕਪਟ ਹੈ, ਤੂੰ ਧਾਰਮਿਕ ਨਹੀਂ ਹੈ। ਫਿਰ ਗੁਰੂ ਸਾਹਿਬ ਜੀ ਨੇ ਸ਼ਬਦ ਦੇ ਵਿੱਚ ਸੁਣਾਇਆ, ਕਹਿੰਦੇ ਕਰ ਹਰ ਹਟ ਮਾਲ ਟਿੰਡ ਪਰੋਵੋ, ਤਿਸ ਭੀਤਰ ਮਨ ਜੋਵੋ, ਅੰਮ੍ਰਿਤ ਸਿੰਚੋ ਕਰੋ ਭਰੋ ਕਿਆਰੇ, ਤੋ ਮਾਲੀ ਕੇ ਹੋਵੋ, ਕਾਮ ਕ੍ਰੋਧੋਇ ਕਰੋ ਵਸੋਲੇ, ਗੋਡੋ ਧਰਤੀ ਪਾਈ, ਜੋ ਗੋਡੋ ਤੋ ਤੁਮ ਸੁਖ ਪਾਵੋ, ਕਿਰਤ ਨਾ ਮਿਟਿਆ ਜਾਈ, ਬਗਲੇ ਤੇ ਫੁਨ ਹੰਸਲਾ ਹੋਵੇ, ਜੇ ਤੂੰ ਕਰੈ ਦਇਆਲਾ, ਪ੍ਰਣਵਤ ਨਾਨਕ ਦਾਸਨ ਦਾਸਾ, ਦਇਆ ਕਰੋ ਦਇਆਲਾ। ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਿਆ ਤੇ ਮਹਾਰਾਜ ਨੂੰ ਕਿਹਾ ਮੈਨੂੰ ਆਪਣਾ ਸਿੱਖ ਬਣਾ ਲਓ। ਬਨਾਰਸ ਦਾ ਪਹਿਲਾ ਸਿੱਖ ਜਿਹੜਾ ਹੈ ਉਹ ਪੰਡਿਤ ਚਤੁਰਦਾਸ ਹੈ, ਜਿਹਨੇ ਸਭ ਤੋਂ ਪਹਿਲਾਂ ਸਿੱਖੀ ਧਾਰਨ ਕੀਤੀ, ਜਿਹਨੇ ਸਿੱਖੀ ਦਾ ਬਾਤ ਦੇ ਅੰਦਰ ਪ੍ਰਚਾਰ ਕੀਤਾ। ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਪ੍ਰਚਾਰਕ ਥਾਕਿਆ ਬਨਾਰਸ ਦੇ ਅੰਦਰ। ਕਿਉਂ? ਕਿਉਂਕਿ ਅੱਜ ਇੱਕ ਗੱਲ ਸਮਝ ਆ ਗਈ ਜੀਵਨ ਦੀ, ਇਹ ਸਿਧਾਂਤ ਸਮਝ ਆ ਗਿਆ ਜੀਵਨ ਦਾ ਵੀ ਸੱਚੀ ਗੱਲ ਤਾਂ ਇਹ ਹੈ ਕਿ ਅੰਦਰੋਂ ਤੂੰ ਕਪਟੀ ਹੈ, ਅੰਦਰ ਤੇਰੇ ਛਲ ਹੈ। ਕਿਉਂਕਿ ਲੋਕਾਂ ਨੂੰ ਠੱਗਣ ਵਾਸਤੇ ਹੀ ਤਾਂ ਤੂੰ ਅੱਖਾਂ ਬੰਦ ਕਰਕੇ ਬਹਿਨਾ। ਤੇਰੇ ਅੰਦਰ ਧਰਮ ਵਾਲੀ ਗੱਲ, ਰੂਹਾਨੀ ਜੀਵਨ ਵਾਲੀ ਗੱਲ, ਤੇਰਾ ਜੀਵਨ ਤਾਂ ਇਸ ਤਰ੍ਹਾਂ ਹੀ ਹੈ ਜਿਵੇਂ ਕੋਈ ਕੱਚੀ ਦੀਵਾਰ ਦੇ ਉੱਤੇ ਕੱਚ ਲਾ ਰਿਹਾ ਹੋਵੇ ਅਤੇ ਉਸਦਾ ਲਾਭ ਕੀ ਹੈ? ਉਹਨੇ ਢਹਿ ਜਾਣਾ। ਕੋਈ ਸੰਗਮਰਮਰ ਲਾ ਰਿਹਾ ਹੋਵੇ, ਦੀਵਾਰ ਕੱਚੀ ਹੈ, ਡਿੱਗਣ ਵਾਲੀ ਹੈ, ਅੱਜ ਨਹੀਂ ਤਾਂ ਕੱਲ੍ਹ ਡਿੱਗ ਜਾਵੇਗੀ। ਇਸ ਤਰ੍ਹਾਂ ਜਿਹਦਾ ਜੀਵਨ ਅੰਦਰੋਂ ਪਵਿੱਤਰ ਨਹੀਂ, ਸਤਿਗੁਰ ਕਹਿੰਦੇ ਨੇ ਉਹ ਇਸ ਤਰ੍ਹਾਂ ਹੀ ਕਿ ਬਾਹਰੋਂ ਤਾਂ ਲਿਸਕਵਾਂ ਜੀਵਨ ਜਿਉਂਦਾ ਹੈ ਮਨੁੱਖ, ਪਰ ਅੰਦਰੋਂ ਉਸਦੇ ਕਪਟ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਸਾਰੀ ਮਾਨਵਤਾ ਨੂੰ ਇਹ ਗਿਆਨ ਦੇਣਾ ਚਾਹੁੰਦੇ ਨੇ ਕਿ ਦੋ ਕਾਰਨ ਕਪਟ ਦੇ ਨੇ ਅਤੇ ਦੋਨੋਂ ਛੱਡ ਦੇਣੇ ਚਾਹੀਦੇ ਨੇ। ਕਿਉਂ? ਕਹਿਣ ਲੱਗੇ ਇਸ ਕਰਕੇ ਕਪਟ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਜਿਹੜਾ ਕਪਟ ਕਰਨ ਵਾਲਾ ਮਨੁੱਖ ਹੈ, ਜਿਹੜਾ ਕਪਟੀ ਇਨਸਾਨ ਹੈ, ਕਪਟ ਤਾਂ ਉਹ ਕਰਦਾ ਹੈ ਪਰ ਅਸਲ ਵਿੱਚ
ਜਦੋਂ ਗੱਲ ਲੇਖੇ ਦੀ ਹੈ ਤਾਂ ਫਿਰ ਸਤਿਗੁਰ ਕਹਿੰਦੇ ਉਹਨੂੰ ਆਪ ਇਹ ਲੇਖਾ ਦੇਣਾ ਪੈਂਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਅੱਜ ਦੇ ਸ਼ਬਦ ਵਿੱਚ ਇਹ ਗਿਆਨ ਦਿੱਤਾ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਵੇਰਾ ਤੇਰੇ ਜੀ ਪੈ ਲੀਜੈ ਰਹਾਉ। ਹੇ ਮੇਰੇ ਭੁੱਲਿਆ ਹੋਇਆ ਮਨਾ, ਤੂੰ ਕਦੀ ਕਪਟ ਨਾ ਕਰੀ, ਛਲ ਨਾ ਕਰੀ, ਫਰੇਬ ਨਾ ਕਰੀ, ਧੋਖਾ ਨਾ ਦੇਈ। ਕਿਉਂ? ਕਿਉਂਕਿ ਅੰਤ ਨਿਵੇਰਾ ਤੇਰਾ ਜਿੰਦ ਕੋਲੋਂ ਹੀ ਹੋਣਾ, ਤੈਨੂੰ ਇਹ ਨਿਵੇੜਾ ਕਰਨਾ ਪੈਣਾ। ਇਹ ਸਤਿਗੁਰੂ ਜੀ ਬਾਣੀ ਸਾਨੂੰ ਦਰਸਾ ਰਹੇ ਹਨ ਕਿ ਉੱਪਰ ਸਾਡਾ ਭੁੱਲਾ ਮਨ ਜਿਹੜਾ ਨਾ ਉਹ ਵਾਰ-ਵਾਰ ਉਹੀ ਕੰਮ ਕਰਦਾ ਹੈ, ਉਸ ਤਰ੍ਹਾਂ ਦਾ ਹੀ ਜੀਵਨ ਜਿਉਂਦਾ। ਇਸ ਕਰਕੇ ਇੱਥੇ ਭਗਤ ਜੀ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਇਹ ਜਿਹੜਾ ਮਨ ਹੈ ਇਹ ਭੁੱਲਿਆ ਹੋਇਆ ਸੰਸਾਰ ਦੇ ਵਿੱਚ ਠੱਗੀ ਫਰੇਬ ਦੇ ਵਿੱਚ ਫਸਿਆ ਰਹਿੰਦਾ ਹੈ। ਮਨੁੱਖ ਸੋਚਦਾ ਮੇਰੇ ਘਰ ਦੇ ਵਿੱਚ ਸਾਰੀਆਂ ਸਹੂਲਤਾਂ ਆ ਜਾਣ, ਮੇਰੇ ਬੱਚੇ ਬਹੁਤ ਸੁਖੀ ਰਹਿਣ, ਉਹਨਾਂ ਨੂੰ ਕਦੇ ਕੋਈ ਦੁੱਖ ਨਾ ਆਵੇ। ਪਿਆਰ ਵਾਲਿਓ, ਸੱਚ ਜਾਣਨਾ, ਸੁਖੀ ਹੋਣਾ ਚੰਗੀ ਗੱਲ ਹੈ, ਪਰ ਠੱਗੀਆਂ ਮਾਰ ਕੇ, ਕਪਟ ਕਰਕੇ, ਧੋਖਾ ਦੇ ਕੇ ਕਮਾਇਆ ਹੋਇਆ ਧਨ ਮਨੁੱਖ ਨੂੰ ਸੁਖੀ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਜਦੋਂ ਆਪਾਂ ਕਿਸੇ ਨੂੰ ਧੋਖਾ ਦਿੰਦੇ ਹਾਂ, ਕਿਸੇ ਨਾਲ ਛਲ ਕਰਦੇ ਹਾਂ, ਕਪਟ ਕਰਦੇ ਹਾਂ, ਉਹ ਕਮਾਇਆ ਹੋਇਆ ਧਨ ਘਰ ਲੈ ਕੇ ਆਉਂਦੇ ਹਾਂ। ਤੇ ਗੁਰਮਤਿ ਦਾ ਵਿਚਾਰ ਹੈ ਕਿ ਜੈਸਾ ਅੰਨ ਵੈਸਾ ਮਨ। ਜਿਹੋ ਜਿਹਾ ਅੰਨ ਸਾਡੇ ਘਰ ਵਿੱਚ ਆਏਗਾ, ਸਾਡਾ ਮਨ, ਸਾਡੇ ਬੱਚਿਆਂ ਦਾ ਮਨ ਉੱਦਾਂ ਦਾ ਹੀ ਬਣੇਗਾ। ਜੇ ਉਸ ਧਨ ਵਿੱਚੋਂ ਕਿਤੇ ਨਾ ਕਿਤੇ ਠੱਗੀ ਫਰੇਬ ਹੈ, ਛਲ ਹੈ, ਅਤੇ ਜਦੋਂ ਸਾਡੇ ਬੱਚੇ ਉਸ ਅੰਨ ਨੂੰ ਖਾਣਗੇ ਤਾਂ ਉਹਨਾਂ ਦੇ ਦਿਲ ਦਿਮਾਗ ਦੇ ਅੰਦਰ ਛਲ ਫਰੇਬ ਠੱਗੀ ਵਾਲੀ ਵਿਚਾਰ ਦਾ ਹੀ ਜਨਮ ਹੋਏਗਾ। ਸੰਤੋਖ ਨਹੀਂ ਆਉਣਾ, ਸਬਰ ਦਾ ਜਨਮ ਨਹੀਂ ਹੋਣਾ, ਸਹਿਜ ਦੇ ਗੱਲ ਨਹੀਂ ਪ੍ਰਗਟ ਹੋਣੀ। ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸਾਡਾ ਪਿਓ, ਸਾਡੀ ਮਾਂ ਜੋ ਵੀ ਕਮਾ ਕੇ ਲੈ ਕੇ ਆ ਰਹੇ ਨੇ, ਇਹ ਲੋਕਾਂ ਨੂੰ ਧੋਖਾ ਦੇ ਕੇ ਪੈਸਾ ਇਕੱਠਾ ਕਰ ਰਹੇ ਹਨ। ਇਸ ਕਰਕੇ ਮਨ ਨੂੰ ਕਿਉਂ ਕਿਹਾ? ਕਿਉਂਕਿ ਜੋ ਵੀ ਕੁਝ ਕਰਾਉਣਾ ਉਹ ਕਰਾਉਣਾ ਤੇ ਮਨ ਹੈ। ਸਾਡੇ ਸਰੀਰ ਕੋਲੋਂ ਜੋ ਕੁਝ ਕਰਾਉਣਾ ਹੈ ਨਾ, ਉਹ ਸਾਡੇ ਮਨ ਨੇ ਕਰਾਉਣਾ ਹੈ। ਕਿਉਂਕਿ ਮਨ ਨੂੰ ਲੱਗਦਾ ਹੈ ਕਿ ਤੇਰੀ ਵੱਡੀ ਕੋਠੀ ਹੋਏਗੀ, ਸੁਖੀ ਹੋ ਜਾਏਗਾ। ਮਨ ਨੂੰ ਲੱਗਦਾ ਜਿਵੇਂ ਇਹ ਵੱਡੀ ਕਾਰ ਜਾ ਰਹੀ, ਤੇਰੇ ਕੋਲ ਵੱਡੀ ਕਾਰ ਹੋਏਗੀ, ਤੂੰ ਸੁਖੀ ਹੋ ਜਾਏਗਾ। ਮਨ ਨੂੰ ਲੱਗਦਾ ਉਸਨੇ ਵੱਡੇ ਚੰਗੇ ਕੱਪੜੇ ਪਾਏ, ਤੂੰ ਪਾ ਲਏਗਾ, ਬੜਾ ਸੁੱਖ ਮਿਲ ਜਾਏਗਾ। ਇਹ ਮਨ ਨੂੰ ਲੱਗਦਾ। ਇਹ ਸਾਰੀ ਗੱਲ ਕਿਹਨੂੰ ਲੱਗਦੀ ਜੀ? ਮਨ ਨੂੰ। ਇਸ ਕਰਕੇ ਮਨੁੱਖ, ਮਨ ਅੰਦਰੋਂ ਪ੍ਰੇਰਨਾ ਕਰਦਾ ਬੰਦੇ ਨੂੰ ਅਤੇ ਮਨੁੱਖ ਉਹ ਕੰਮ ਕਰ ਲੈਂਦਾ। ਇਸ ਕਰਕੇ ਸੰਬੋਧਨ ਵੀ ਮਨ ਨੂੰ ਕੀਤਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਹੈ ਮੇਰੇ ਭੁੱਲੇ ਹੋਏ ਮਨ, ਰੋਜੀ ਆਦਿਕ ਦੀ ਖਾਤਰ ਕਿਸੇ ਨਾਲ ਧੋਖਾ ਫਰੇਬ ਨਾ ਕਰ। ਇਹ ਨਾ ਕਰਿਆ ਕਰ। ਜਿਹੜੇ ਤੂੰ ਠੱਗੀ ਕਰਦਾ ਹੈ ਨਾ, ਜਿਹੜਾ ਧੋਖਾ ਕਰਦਾ। ਕਈ ਸਾਲ ਪਹਿਲੀ ਗੱਲ, ਇੱਕ ਗੁਰਸਿੱਖ ਬੰਗਲਾ ਸਾਹਿਬ ਤੋਂ ਕਥਾ ਸੁਣ ਰਿਹਾ ਸੀ। ਉਸਨੇ ਫੋਨ ਕੀਤਾ। ਕਥਾ ਦੇ ਵਿੱਚ ਸਬਜੈਕਟ ਇੱਦਾਂ ਦਾ ਹੀ ਚੱਲ ਰਿਹਾ ਸੀ, ਅਤੇ ਜਿਹੜੇ ਪ੍ਰਚਾਰਕ ਵੀਰ ਪ੍ਰਚਾਰ ਕਰ ਰਹੇ ਸਨ, ਅਤੇ ਉਹਨਾਂ ਨੂੰ ਕਹਿਣ ਲੱਗਾ ਜੀ ਮੈਂ ਵੀ ਠੱਗੀ ਕਰਦਾ, ਲੋਕਾਂ ਨਾਲ ਫਰੋਡ ਕਰਦਾ, ਔਰ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਤੁਹਾਡੀ ਵਿਚਾਰ ਸੁਣੀ, ਅੱਜ ਮੇਰੇ ਅੰਦਰ ਦੀ ਜ਼ਮੀਰ ਜਾਗੀ ਅਤੇ ਮੈਨੂੰ ਲੱਗਿਆ ਵੀ ਇਹ ਗਲਤ ਕੰਮ ਕਰ ਰਿਹਾ ਹਾਂ। ਉਹ ਗੁਰਮੁਖ ਪਿਆਰਿਆਂ ਕੋਲ ਆ ਕੇ ਮਿਲਿਆ, ਗੱਲਬਾਤ ਹੋਈ। ਉਹਨਾਂ ਨੇ ਇੱਕ ਗੱਲ ਪੁੱਛੀ, ਜੋ ਤੂੰ ਠੱਗੀਆਂ ਮਾਰਦਾ, ਕਿ ਆਪਣੀ ਪਤਨੀ ਨੂੰ ਆ ਕੇ ਕਦੀ ਦੱਸਿਆ ਵੀ ਮੈਂ ਇਹ ਕੰਮ ਕਰਦਾ? ਕਦੀ ਆਪਣੇ ਮਾਤਾ ਪਿਤਾ ਨਾਲ ਗੱਲ ਕੀਤੀ ਵੀ ਮੈਂ ਇਹ ਕੰਮ ਕਰਦਾ? ਉਹਦੀ ਕਿਰਤ ਕੀਤੀ ਜੀ। ਉਹ ਕਿੱਦਾਂ ਕਰਦੇ ਸੀ? ਇੱਕ ਕੰਪਨੀ ਬਣਾਈ ਸੀ ਬਹੁਤ ਸਾਰੇ ਲੋਕਾਂ ਨੇ। ਉਹ ਇੰਸ਼ੋਰੈਂਸ ਦੇ ਨਾਂ 'ਤੇ ਕਰੋੜੋਂ ਰੁਪਏ ਇੱਕ ਸ਼ਹਿਰ 'ਚੋਂ ਇਕੱਠੇ ਕਰ ਲੈਣੇ, ਵੱਖ-ਵੱਖ ਥਾਵਾਂ 'ਤੇ ਆਪਣੇ ਡੀਲਰ ਬਿਠਾ ਲੈਣੇ, 2-3 ਮਹੀਨੇ ਕੰਮ ਕਰਨਾ, 10-20 ਕਰੋੜ ਰੁਪਏ ਇਕੱਠੇ ਕਰਕੇ, ਔਰ ਉੱਥੋਂ ਵੀ ਫਰੋਡ ਕਰਕੇ ਦੂਜੇ ਸ਼ਹਿਰ 'ਚ ਚਲੇ ਜਾਣਾ। ਕਦੀ ਦਿੱਲੀ ਵਿੱਚ ਫਰੋਡ ਕੀਤਾ, ਕਲਕੱਤੇ ਵਿੱਚ ਕੀਤਾ, ਮਦਰਾਸ 'ਚ ਜਾ ਕੇ ਕੀਤਾ, ਬੰਬੇ ਵਿੱਚ ਕੀਤਾ, ਲਖਨਊ ਵਿੱਚ ਕੀਤਾ, ਪੰਜਾਬ ਦੇ ਚੰਡੀਗੜ੍ਹ 'ਚ ਕੀਤਾ। ਫਰੋਡ ਦੇ ਵਿੱਚ ਕੀ ਸੀ? ਮਹੀਨੇ ਦੇ 20-20, 30-30 ਲੱਖ ਰੁਪਏ ਕਮਾ ਲੈਣੇ ਫਰੋਡ ਕਰਕੇ। ਉਹ ਵੀ ਸਾਥੀ ਸੀ, ਔਰ ਦੇਖੋ ਗੁਰਸਿੱਖ ਸੀ। ਕਮਾਲ ਦੀ ਗੱਲ।
पर उस चीज़ ਨੂੰ गलत नहीं समझ रहा। इस करके मैं कई बार बेनती करता, कल्ली किरपान पा लैनी गुरसिख नहीं है, अंदर विचार का जन्म भी होना चाहिए। ये ना हो भी बाहरों ਆਪਾਂ ने धार्मिक लिबास पा लिया पर अंदर विचार का जन्म ही नहीं होया, सच अंदर प्रगट ही नहीं होया। उसने गलबात दसी, कहते तू दस्या? कहते नहीं। कहते अंदर टिकाव रहिंदा तेरे? कहते नहीं। शांति रहिंदी है ना अशांत रहना? अंदर शांति भी नहीं, अंदर टिकाव भी नहीं, अंदर हर वेले तू कल्पिया रहना है। तो कभी ये गलबात अपने घरदां नाल कीती? कहने नहीं की। आखन लगे अपने घरवाली नूं दसी, अपने माता पिता नूं जाके दसी। जे वो कहंदे ने ठीक कर रहे हैं फिर करी जाए, जे वो कहंदे ने गलत है फिर ना करी। दूजी गल कि रोजी की खातर किसी नाल दगा करना, किसी नूं धोखा देना, किसी नाल फ्रॉड करना, तैनूं पता इस गल का गुरबाणी की कहनी? कहने मैनूं ज्ञान नहीं, तुसीं दसो की कहंदी गुरबाणी? कहने गुरबाणी ये कहंदी है तू जिन्हां दी खातर कपट कर रहे हैं, छल कर रहे हैं, धोखा कर रहे हैं, कल नूं की वो तेरा साथ देणगे। एक स्टेज जीवन दे विच ऐसी आउंदी है जदों अपने पुत्र धी भी साथ छड़ जांदे। दूजी गल गुरमत कहती है ये तेरे कीते हुए कर्मां दा नवेड़ा तेरे कोलों ही होना है। उन्होंने एक गल समझाई गुरमुख प्यारियां ने, कहते सुख बहुता धन विच नहीं है, क्योंकि गुरमत ने बड़ा स्पष्ट किया सुख नाही बहुता धन खाटै, सुख नाही पेखे नित नाटै, सुख नाही बहु देश कमाए, सर्व सुखा हर हर गुण गाए। सतगुरु कहते बहुता धन खट लैण च सुख नहीं है, तैनूं भुलेखा जरूर है। सानू सारिਆਂ ਨੂੰ ਭੁਲੇਖਾ है भी ਜਿਹੜੇ ਵੱਡੀ ਕੋਠੀਆਂ 'ਚ ਰਹਿੰਦੇ ਉਹ ਸੁਖੀ ਹੋਣਗੇ, ਪਰ ਉਹਨਾਂ ਦੇ ਘਰ ਦੇ ਹਾਲਾਤ ਜਾ ਕੇ ਵੇਖੋ ਉਹ ਵੀ ਸੁਖੀ ਨਹੀਂ ਹਨ, ਉਹ ਵੀ ਕਿਵੇਂ ਕਲਪਦੇ ਨੇ, ਦੁਖੀ ਨੇ। ਕਿਉਂਕਿ ਬਹੁਤਾ ਧਨ ਖੱਟ ਲੈਣਾ ਇਹ ਵੀ ਸੁੱਖ ਨਹੀਂ ਦੇ ਸਕਦਾ। ਨਾਟਕ ਚੇਟਕ ਦੇਖੀ ਜਾਣੇ ਇਹ ਵੀ ਬੰਦੇ ਦੇ ਮਨ ਨੂੰ ਸੁਖੀ ਨਹੀਂ ਕਰ ਸਕਦੇ। ਬਹੁਤ ਦੁਨੀਆ ਦਾ ਰਾਜ ਪਾਠ ਹਾਸਲ ਕਰ ਲੈਣਾ ਇਹ ਵੀ ਸੁੱਖ ਨਹੀਂ ਦੇ ਸਕਦੇ। इस करके जे सुख की खातर असी कपट कर रहे हाँ तो यह गल सानू समझ लैनी चाहिए कि इन्हां चीज़ों विच सुख की प्राप्ति नहीं है। और दूजी गल सारे जो तू कर रहे हैं वो तेरी जिंद नू भोगना पै रहा है। जिउंदे जी भी भोगते हैं, जो असी कलपते माफ़ करना साडा लेखा ही हो रहा है। जो जिउंदे जी असी कलप रहे होंदे आ, दुखी होंदे आ, अशांत होंदे, यही साडा लेखा है। मरण तो बाद तो अगे जो होना वो वाहिगुरू जाने, पर जिउंदे जी साडे नाल जो वरते वो साडा लेखा ही चल रहा है। इस करके भगत जी कहते हैं मन मेरे भूले कपट ना कीजै, अंत निवेरा तेरे जी पै ले जाए। कहते हैं आखिर नूं इन्हां मंद कर्मां दा लेखा तेरी अपनी जिन तो ही लिया जाना है, किसी होर ने लेखा नहीं देना। गुरबाणी कहती है नानक आखै रे मना सुनिए सिख सही, लेखा रब मंगेसिया बैठा कड़ बही। सबना का दर लेखा होए, करनी बाजो तरह ना कोई। गुरु नानक पातशाह कहते ने नानक जी उपाय कै लिखनामै धर्म वालिया, उत्थे सच्चे ही सच निबड़ै, चुन वख कड़े जजमा लिया, थाऊ न पायन कूड़ियार, मूँह कालै दोजक चालिया, तेरे नाए रते से जिन गए हार गए से ठगन वाले। लिखनामै धर्म वालिया, जिहड़े नाम च रते गए वो जीवन की बाजी जित गए। पर जिहड़े ठगियां विच ही सुरत जोड़ के रखी, किसी नूं किवें ठगना है, किवें किसी नूं बेवकूफ बनाना है, किसी नूं धोखा किवें देना है। और केवल इस वास्ते भी शायद धोखा दे के 4 पैसे मेरे घर विच आ जाणगे, मैनूं सुख की प्राप्ति हो जाएगी। गुरमत कहती सुख 4 पैसे विच नहीं है। तैनूं भुलेखा पिया होया भी धन बहुता होवेगा तो सुख है। गुरमत तां कहती है किसी कोल कुछ भी ना होवे वो बंदा भी सुखी हो सकता। उसी कहो भी कुछ भी नहीं। तो गुरमत ने ये विचार साढ़े सामने रखे, वसता टूटी झुंपड़ी चीर सब छिन्ना। कोई वसदा होवे टुटे घर विच, चीर कहते हैं कपड़ियां नूं, कपड़े भी पाटे होण। वसता टूटी झुंपड़ी चीर सब छिन्ना, जात न पत न आदरो उद्यान भरमण ना। उच्ची जात ना होवे, पत उच्ची कुल ना होवे, कोई आदर ना करदा होवे, उद्यान भरमण ना जंगल च भटकदा होवे।
ਕਹਿੰਦੇ ਇੱਠ ਨਾ ਧਨ ਰੂਪਹੀਨ ਕਿਸ ਸਾਕ ਨਾ ਸਿੰਨਾ, ਨਾ ਉਹਦੇ ਕੋਲ ਧਨ ਹੋਵੇ, ਨਾ ਕੋਈ ਇੱਠ ਪਿਆਰਾ ਕੋਈ ਮਿੱਤਰ ਹੋਵੇ, ਕੋਈ ਰੂਪ ਰੰਗ ਨਾ ਹੋਵੇ, ਕਿਸੇ ਸਾਕ ਨਾ ਸਿੰਨਾ, ਕੋਈ ਸਾਗ ਸੰਬੰਧੀ ਨਾ ਹੋਵੇ। ਪਰ ਗੁਰਮਤਿ ਕਹਿੰਦੀ ਹੈ, ਗੁਰਬਾਣੀ ਕਹਿੰਦੀ ਹੈ ਕਿ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਕਿਉਂਕਿ ਰਾਜਾ ਉਹ ਨਹੀਂ ਜਿਹੜਾ ਕਿ ਅੰਦਰੋਂ ਮੰਗ ਕਰ ਰਿਹਾ, ਠੱਗੀਆਂ ਠੋਰੀਆਂ ਕਰ ਰਿਹਾ। ਰਾਜਾ ਉਹ ਜਿਹੜਾ ਰੱਜ ਗਿਆ। ਗੁਰਮਤਿ ਉਹਨੂੰ ਬਿਲਕੁਲ ਰਾਜਾ ਨਹੀਂ ਮੰਨਦੀ ਜੋ ਗੱਦੀ 'ਤੇ ਬੈਠਾ ਹੋਇਆ। ਗੁਰਮਤਿ ਕਹਿੰਦੀ ਹੈ ਰਾਜਾ ਉਹ ਜਿਹੜਾ ਅੰਦਰੋਂ ਰੱਜ ਗਿਆ। ਉਹ ਰੱਜੇਗਾ ਕੌਣ? ਜਿਹਦੇ ਕੋਲ ਸੰਤੋਖ ਹੈ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸੰਤੋਖ ਤੋਂ ਬਿਨਾਂ ਰਜੇਵਾਂ ਨਹੀਂ ਆਉਂਦਾ। ਜਿਹਦੇ ਅੰਦਰ ਸੰਤੋਖ ਦਾ ਜਨਮ ਹੋ ਗਿਆ ਉਹ ਰੱਜ ਜਾਏਗਾ। ਜਦੋਂ ਸੰਤੋਖ ਆ ਜਾਵੇਗਾ ਕਪਟ ਆਪਣੇ ਆਪ ਜੀਵਨ 'ਚੋਂ ਪਾਸੇ ਹੋ ਜਾਏਗਾ। ਜਦੋਂ ਤੱਕ ਸੰਤੋਖ ਨਹੀਂ, ਕਪਟ ਵੀ ਉਨਾ ਚਿਰ ਹੀ ਹੈ। ਕਪਟ ਦੇ ਵੀ ਪੈਰ ਉਨਾ ਚਿਰ ਨੇ ਜਿੰਨਾ ਚਿਰ ਜੀਵਨ 'ਚ ਸੰਤੋਖ ਦਾ ਜਨਮ ਨਹੀਂ ਹੋ ਰਿਹਾ, ਸਬਰ ਦਾ ਜਨਮ ਨਹੀਂ ਹੋ ਰਿਹਾ। ਗੁਰਮਤਿ ਨਹੀਂ ਮੰਨਦੀ ਇਸ ਚੀਜ਼ ਨੂੰ ਕਿ ਉਹ ਰਾਜਾ ਹੈ ਜਿਹਦੇ ਕੋਲ ਰਾਜ ਪਾਠ ਹੈ। ਇੱਥੇ ਤਾਂ ਉਹ ਰਾਜਾ ਹੈ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਹੈ। ਮਹਾਰਾਜ ਕਹਿੰਦੇ ਜਿਨ ਕੈ ਤਨ ਪੱਲੈ ਤਨ ਵਸੈ, ਤਿਨ ਕਾ ਨਾਮ ਫਕੀਰ, ਜਿਨ ਕੈ ਹਿਰਦੈ ਤੂੰ ਵਸੈ, ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਪੱਲੇ ਤਨ ਵਸਦਾ, ਮਹਾਰਾਜ ਕਹਿੰਦੇ ਫਕੀਰ ਨੇ, ਮੰਗਤੇ ਨੇ, ਪਰ ਜਿਨ੍ਹਾਂ ਦੇ ਪੱਲੇ ਤੇਰਾ ਨਾਮ ਹੈ ਉਹ ਗੁਣੀ ਗਹੀਰ ਨੇ। ਇਸ ਕਰਕੇ ਅੱਜ ਦੇ ਸ਼ਬਦ ਵਿੱਚ ਜ਼ਿਆਦਾ ਜ਼ੋਰ ਇਸ ਗੱਲ ਤੋਂ ਦੇ ਰਹੇ ਨੇ ਕਬੀਰ ਸਾਹਿਬ ਕਿ ਇਹਨਾਂ ਮੰਦ ਕਰਮਾਂ ਦਾ ਜਿਹੜਾ ਫਲ ਹੈ ਉਹ ਤੇਰੇ ਕੋਲੋਂ ਹੀ, ਇਹ ਤੈਨੂੰ ਹੀ ਭੋਗਣਾ ਪੈਣਾ ਹੈ। ਜੈਸਾ ਬੀਜ ਤੂੰ ਬੀਜਣਾ ਉਸ ਦਾ ਫਲ ਤੈਨੂੰ ਹੀ ਵੱਢਣਾ ਪੈਣਾ ਹੈ। ਕਿਉਂਕਿ ਜੈਸਾ ਬੀਜੈ ਸੋ ਲੂਣੈ, ਕਰਮਾਂ ਸੰਦੜਾ ਖੇਤ। ਤੇਰੇ ਕਰਮਾਂ ਦਾ ਜਿਹੜਾ ਬੀਜ ਹੈ ਤੈਨੂੰ ਹੀ ਵੱਢਣਾ ਪੈਣਾ। ਤਾਂ ਹੀ ਬਾਰ-ਬਾਰ ਗੁਰਬਾਣੀ ਕਹਿੰਦੀ ਦਦੈ ਦੋਸ ਨ ਦੇਉ ਕਿਸੈ, ਦੋਸ ਕਰਮ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰਜਨਾ। ਜੋ ਮੈਂ ਕਰ ਰਿਹਾ ਉਹ ਪ੍ਰਾਪਤ ਕਰ ਰਿਹਾ, ਮੈਂ ਦੂਜੇ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ। ਹੁਣ ਬੰਦਾ ਕਰ ਕੀ ਰਿਹਾ? ਕਹਿਣ ਲੱਗੇ ਕਬੀਰ ਸਾਹਿਬ, ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਕਈ ਤਰ੍ਹਾਂ ਦੀਆਂ ਠੱਗੀਆਂ ਕਰਕੇ ਤੂੰ ਪਰਾਇਆ ਮਾਲ ਲਿਆਉਂਦਾ ਹੈ ਅਤੇ ਲਿਆ ਕੇ ਆਪਣੇ ਪੁੱਤਰ ਵਹੁਟੀ ਦੇ ਹਵਾਲੇ ਕਰ ਦਿੰਦਾ। ਉਹਨਾਂ ਨੂੰ ਕਹਿੰਦਾ ਖੁੱਲ੍ਹਾ ਖਰਚ ਕਰੋ, ਫਿਕਰ ਕਰਨ ਦੀ ਲੋੜ ਨਹੀਂ, ਮੇਰੇ ਹੁੰਦੇ ਆ। ਉਹ ਵੀ ਐਸ ਪ੍ਰਸਤੀ ਵਿੱਚ ਲੱਗ ਜਾਂਦੇ ਹਨ। ਤੁਸੀਂ ਵੇਖੋ ਨਾ, ਜਿਨ੍ਹਾਂ ਦੇ ਘਰ ਬਹੁਤਾ ਧਨ ਆਉਂਦਾ ਹੈ, ਠੱਗੀਆਂ ਠੋਰੀਆਂ ਦਾ ਧਨ ਆਉਂਦਾ ਹੈ, ਪਰ ਪੰਚ ਦਾ ਅਰਥ ਹੁੰਦਾ ਹੀ ਠੱਗੀ ਹੈ। ਠੱਗੀ ਕਰਕੇ ਧਨ ਆਉਂਦਾ, ਉਹਦੇ ਬੱਚੇ ਛੇਤੀ ਕਿਉਂ ਵਿਗੜ ਜਾਂਦੇ ਨੇ? ਕਿਉਂਕਿ ਖੁੱਲ੍ਹਾ ਧਨ ਵਰਤਣ ਵਾਸਤੇ ਮਿਲਦਾ। ਇਸ ਕਰਕੇ ਉਹ ਨਸ਼ਿਆਂ ਵਾਲੇ ਪਾਸੇ ਚਲੇ ਜਾਂਦੇ ਨੇ, ਵਿਕਾਰਾਂ ਵਾਲੇ ਪਾਸੇ ਚਲੇ ਜਾਂਦੇ ਨੇ, ਜੇ ਉਹਨਾਂ ਦੀ ਜ਼ਿੰਦਗੀ ਵਿੱਚ ਗੁਰੂ ਕੀ ਸਿੱਖਿਆ ਨਹੀਂ, ਗੁਰੂ ਕਾ ਗਿਆਨ ਨਹੀਂ। ਔਰ ਇਹ ਗੱਲ ਜੀਵਨ 'ਚ ਯਾਦ ਰੱਖਿਓ, ਗੁਰੂ ਨਾਨਕ ਪਾਤਸ਼ਾਹ ਦਾ ਅਟਲ ਫੈਸਲਾ ਹੈ। ਮਹਾਰਾਜ ਕਹਿੰਦੇ ਪਾਪਾਂ ਵਾਜੋ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਬਹੁਤੀ ਜਿਹੜੀ ਮਾਇਆ ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ, ਔਰ ਬਹੁਤੀ ਮਾਇਆ ਹਮੇਸ਼ਾ ਹੀ ਦੁੱਖ ਦਿੰਦੀ ਹੈ। ਕਿਉਂਕਿ ਮਹਾਰਾਜ ਦਾ ਵੀ ਇਹ ਵੀ ਫੈਸਲਾ ਹੈ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ। ਦੋ ਅਵਸਥਾ ਤੇ ਜੋ ਨਰ ਮੁਕਤਾ, ਸੋ ਹੀ ਸਵੇਲਾ ਪਾਲਿਆ। ਜਿਹੜਾ ਦੋਨੇ ਅਵਸਥਾ 'ਤੇ ਮੁਕਤ ਹੈ ਉਹ ਸੁਖੀ ਹੈ ਸੰਸਾਰ ਦੇ ਅੰਦਰ। ਨਾ ਬਹੁਤੀ ਮਾਇਆ ਔਰ ਨਾ ਘੱਟ। ਪਾਓ ਬਹੁਤੀ ਮਾਇਆ ਦਾ ਜੀਵਨ ਦੇ ਵਿੱਚ ਹੰਕਾਰ ਹੋ ਜਾਂਦਾ ਹੈ। ਥੋੜ੍ਹੀ ਮਾਇਆ ਹੋਵੇ ਮਨੁੱਖ ਦੇ ਅੰਦਰ ਗਿਲਾਨੀ ਜਿਹੀ ਪੈਦਾ ਹੋ ਜਾਂਦੀ ਹੈ। ਮਨੁੱਖ ਜਿਹੜਾ ਗੁਰਸਿੱਖ ਹੈ ਨਾ ਹੰਕਾਰ ਕਰਦਾ, ਨਾ ਉਹ ਜੋ ਗਿਲਾਨੀ ਜਿਹੀ ਜੀਵਨ 'ਚ ਰੱਖਦਾ ਹੈ। ਸਿੱਖ ਇਹਨਾਂ ਦੋਨਾਂ ਅਵਸਥਾਵਾਂ ਤੋਂ ਉੱਪਰ ਹੈ। ਗੱਲ ਇੱਥੇ ਧਨ ਦੀ ਨਹੀਂ ਚੱਲ ਰਹੀ, ਗੱਲ ਅੰਦਰ ਦੇ ਜੀਵਨ ਕਿਰਦਾਰ ਦੀ ਚੱਲ ਰਹੀ ਹੈ। ਕਿਉਂਕਿ ਬਹੁਤਾ ਧਨ ਹੰਕਾਰ ਨੂੰ ਜਨਮ ਦਿੰਦਾ ਹੈ। ਧਨ ਘੱਟ ਹੋਵੇ ਅਤੇ ਮਨੁੱਖ ਆਪਣੇ ਆਪ ਨੂੰ ਬੜਾ ਨਿਮਾਣਾ ਜਿਹਾ, ਤੁੱਛ ਜਿਹਾ ਸਮਝਦਾ। ਗੁਰਸਿੱਖੀ ਵਿੱਚ ਕਿਹਾ ਗਿਆ ਤੂੰ ਇਹਨਾਂ ਦੋਵੇਂ ਅਵਸਥਾ ਤੋਂ ਮੁਕਤ ਹੋ ਕੇ ਜ਼ਿੰਦਗੀ ਜੀ। ਗੱਲ ਧਨ ਦੀ ਨਹੀਂ ਹੈ, ਗੱਲ ਤਾਂ ਜੀਵਨ ਦੇ ਵਿੱਚ ਜੋ ਸਾਰੇ ਵਰਤਾਰਾ ਵਰਤ ਰਿਹਾ ਉਸ ਦੀ ਗੱਲ ਗੁਰਬਾਣੀ ਕਹਿ ਰਹੀ ਹੈ। ਫਿਰ ਮਹਾਰਾਜ ਕਹਿਣ ਲੱਗੇ ਕਿ ਜਿਨ੍ਹਾਂ ਦੇ ਉੱਤੇ ਤੂੰ ਆਣ ਕੇ ਖਰਚ ਕਰਨਾ, ਲੁੱਟਣਾ ਹੈ, ਜਿਨ੍ਹਾਂ ਦੇ ਹਵਾਲੇ ਕਰਨਾ, ਕਦੀ ਤੂੰ ਵਿਚਾਰ ਕੀਤੀ ਹੈ? ਛਿਨ ਛਿਨ ਤਨ ਛੀਜੈ ਜਰਾ ਜਨਾਵੈ,
तब तेरी ओक कोई पाणियो ना पावे। आखन लगे वेख इन्हां ठगियां विच ही सहजे सहजे तेरा अपना शरीर कमज़ोर हुंदा जा रहा। जिमें जिमें ठगियां मारते रहने हैं, चिंतावां वधियां रहंदियां, शरीर कमज़ोर हुंदा चला जाता है। जितनी ठगियां वध करांगे उतनी शरीरिक कमज़ोरी छेती आएगी, क्योंकि मन अशांत रहेगा। गुरबाणी ने एक लॉजिक नाल गल साडे सामने रखी है। जितना बंदा अंदरों निरछल रहेगा, अंदर कपट नहीं होएगा, छल नहीं होएगा, उन्ना मनुख प्रसन्न रहेगा, अंदरों खुश रहेगा, टिकाऊ रहेगा जीवन के अंदर। भगत जी कहन लगे वेख तां सही, इन्हां ठगियां विच ही सहजे सहजे तेरा अपना शरीर जिहड़ा ना वो कमज़ोर हुंदा जा रहा है, छिजदा जा रहा है। छिन छिन तन छिजै जरा जनावै, बुढ़ेपे दियां निशानियां आ रहीआं हन। जरा जरा अर्थ है बुढ़ेपा, जना रहा आके तैनूं। बुढ़ेपा किवें जनाउंदा है जी? बुढ़ेपा किवें एहसास करांदा है? सतगुर कहंदे बुढ़ेपा एहसास करांदा है, कहंदे नैनो नीर पहे तन खीना पहे केस दुध बानी, रूधा कंठ शब्द नहीं उचरै अब क्या करे प्राणी। मेरे राम राय होए वैद बनवारी, अपने संतै लेह उबारी। माथै पीर शरीर जलन है, करक करे जे माही। ऐसी वेदन उपज खरी वही वाका ओखद नाही। कोई दवाई नहीं। बुढ़ेपे ने जना दिता अपना आप, अखां कमज़ोर हो गई, सुनन की शक्ति जिहड़ी घट गई, हुण बोलिया भी नहीं जाता, केस दुध वर्गे चिट्टे हो गए ने। और इत्थे ही बस नहीं, गुरु साहब कहते हैं माथे पीर, सिर दे विच हर वेले पीड़ा रहिंदी है, शरीर जलन है, एसिडिटी बनती है। बुढ़ेपे की निशानी दस रहे हैं, बुजुर्गी की निशानी दस रहे हैं। जे 40 साल विच हो रहा तो समझ तू बुढ़ा हो चुके हैं, मता समझे में तू जवान है, क्योंकि वो निशानियां तेरे शरीर ते आके उतर आईयां ने, तेरे कम्मां करके, जिस विरती नाल तू जिंदगी नूं जी रहा अपनी नूं। माथे पीर शरीर जलन है, करग करे जे माही। जिन्हों आप कहते हैं कि जो असी जो टन पा लेने, मतलब असी बड़ा कुछ करते हाँ, कलेजे विच दर्द होना, दिल विच दर्द होना, अटैक की जिन्हों असी कहते दौरा पैण की गल करते हैं, हार्ट अटैक आ गया जी। जदों इस पासे भीड़ होवे ना, समझ लेना कि तू हुण बुढ़ेपे वाले पासे जा रहे हैं। ये गुरबाणी कह रही है। और हुण इसका कोई औखद नहीं है, कोई दवाई नहीं है। वाखा औखद ना ही, इसकी कोई दवाई नहीं। बुढ़ेपे की निशानियां जो जीवन ते उतर के आ जांदियां ने, रोग का इलाज है, बुढ़ेपे का कोई इलाज नहीं। उच्चारण करो सतनाम। एक मेरे बड़े मित्र डॉक्टर सन, अक्सर शाम नूं ना गुरुद्वारे जाण तो पहला गुरुद्वारे नाल पैंदे सन। रोपड़ की गल ते उन्हां कोल चला जांदा सी मैं। वो भी बड़े खुश होंदे सन जदों उन्हां कोल जाके बहना। तो एक दिन मेरे नाल गल कर रहे सन, कहंदे अज ना मेरे कोल एक बुजुर्ग आए सन। मैं की होया? कहंदे मैं उन्हां नूं चैक कीता, उम्र काफ़ी सी, ते वो कहंदे भी अखां तो घट दिसदा है। उम्र पुछी, कहंदे 85 साल। ते वो डॉक्टर साहब सैस सुबह कहंदे भी ये बुढ़ेपे दे करके है, घट दिसदा। कहंदे लत्तां कंबदियां, वो कहन लगे बुढ़ेपे करके। कहंदे देख हत्थ भी कंबदे ने। डॉक्टर साहब कहंदे बुढ़ेपे करके। उन्होंने 2-4 गल्लां कहियां कि कहन लगे बापू जी ये सारा बुढ़ेपे, जो कि बड़ी निमरता विच डॉक्टर साहब ने कहा भी ये बुढ़ेपे करके हो रहा है। तो गुस्से विच आके कहंदे ने तू दवाई देनी तो दे, ये तू सारा इतना गुस्से च बोले डॉक्टर साहब नूं। ते डॉक्टर साहब नूं बड़े सियाणे सन, अगों हस के कहंदे ने, कहंदे ये गुस्सा भी बुढ़ेपे करके ही आया। उच्चारण करो सतनाम। ये गुस्सा जिहड़ा आया ना तुहानूं, ये बुढ़ेपे करके ही आया, क्योंकि शरीर कमज़ोर हो चुका। गुस्सा भी आउंदा फिर बंदे नूं ज़्यादा। जितना बुढ़ेपा वधदा है ना, उत्थे गुस्से का भी जन्म हुंदा है, क्योंकि जिहड़ा काम उन्होंने क्या हो गया तो ठीक है, नहीं होया तो गुस्सा उहदे ते। ये बुढ़ेपे दीयां निशानियां ने सारियां। हुण भगत कबीर साहब कहते हैं किते विचार करके वेख भी सहजे सहजे तेरा शरीर जिहड़ा कमज़ोर हुंदा जा रहा। बुढ़ेपे दीयां निशानियां तेरे जीवन ते उतरदियां जा रही ने। तो जदों तू बुढ़ा हो गया, उस वेले तेरे कोलों मंजे ते नहीं उठा जाना, तेरे कोलों कोई काम नहीं होना, तेरे हत्थ कंबणगे। छिन छिन तन छीजै जरा जनावै, तब तेरी ओक कोई पाणी हो ना पावै। जदों तू बुढ़ा हो गया, हिलन जोगा ना रहा,
ਜਦੋਂ ਤੂੰ ਹਿੱਲ ਨਹੀਂ ਸਕਦਾ, ਹਿੱਲਣ ਚੱਲਣ ਜੋਗਾ ਨਾ ਰਿਹਾ ਤਾਂ ਕੀ ਹੋਏਗਾ? ਤਾਂ ਤਦੋਂ ਇਹਨਾਂ ਵਿੱਚੋਂ ਉਹਨਾਂ ਦੀ ਖਾਤਰ ਜਿਨ੍ਹਾਂ ਦੀ ਠੱਗੀ ਕਰਦਾ ਰਿਹਾ ਨਾ, ਕਿਸੇ ਨੇ ਤੇਰੀ ਬੁੱਕ ਵਿੱਚ ਪਾਣੀ ਵੀ ਨਹੀਂ ਪਾਣਾ। ਉਚਾਰਨ ਕਰੋ ਸਤਨਾਮ। ਜਿੰਨਾ ਕਰਕੇ ਤੂੰ ਠੱਗੀਆਂ ਕਰਦਾ ਰਿਹਾ ਨਾ, ਔਰ ਇਹ ਆਸ ਵਿੱਚ ਵੀ ਇਹ ਬੱਚੇ ਜਿਹੜੇ ਨੇ ਸੁੱਖ ਦੇਣਗੇ। ਦੇਖੋ ਨਾ, ਭਾਈ ਗੁਰਦਾਸ ਜੀ ਲਿਖਦੇ ਨੇ, ਮਾਂ ਗੱਬਣ ਜੀ ਜਾਣਦੀ ਪੁੱਤ ਸਪੁੱਤ ਹੋਵੇ ਸੁਖਦਾਈ। ਜਦੋਂ ਢਿੱਡ ਦੇ ਵਿੱਚ ਬੱਚਾ ਹੁੰਦਾ ਹੈ, ਮਾਂ ਬੜੇ ਧਿਆਨ ਨਾਲ ਆਪਣੇ ਬੱਚੇ ਨੂੰ ਪਾਲਦੀ, ਇੱਕ ਇੱਕ ਕਦਮ ਬੜਾ ਸੋਚ ਸਮਝ ਕੇ ਪੁੱਟਦੀ ਹੈ, ਮੇਰੇ ਬੱਚੇ ਦਾ ਕੋਈ ਨੁਕਸਾਨ ਨਾ ਹੋ ਜਾਏ। ਕਿਸ ਕਰਕੇ? ਵੀ ਉਹਨੂੰ ਇਹ ਹੈ ਕਿ ਮੇਰਾ ਪੁੱਤਰ ਹੋਏਗਾ, ਉਹ ਸੁੱਖ ਦੇਵੇਗਾ। ਗੁਰਬਾਣੀ ਵਿੱਚ ਵੀ ਲਿਖਿਆ ਸ੍ਰੀ ਰਾਗ ਦੇ ਵਿੱਚ, ਜੋ ਜਨਨੀ ਸੁਤ ਪਾਲਤੀ ਧਨ ਕੀ ਕਰ ਆਸਾ, ਸੁਖ ਕੀ ਕਰ ਆਸਾ, ਵੱਡਾ ਹੋਏ ਧਨ ਖਾੜਦੇ ਕਰ ਭੋਗ ਵਿਲਾਸਾ। ਮਾਂ ਵੀ ਸੋਚਦੀ ਹੈ ਵੱਡਾ ਹੋਏਗਾ ਮੇਰਾ ਪੁੱਤਰ, ਇਹ ਧਨ ਖੱਟ ਕੇ ਮੈਨੂੰ ਦੇਵੇਗਾ। ਸੁੱਤ ਨੂੰ ਪਾਲਦੀ ਹੈ ਨਾ, ਧਨ ਦੀ ਆਸ ਰੱਖਦੀ ਹੈ, ਸੁੱਖ ਦੀ ਆਸ ਰੱਖਦੀ, ਮੈਨੂੰ ਕੱਲ੍ਹ ਸੁੱਖ ਦੇਵੇਗਾ ਮੇਰਾ ਪੁੱਤਰ। ਇਹੀ ਹੈ ਨਾ ਜੀ। ਗੁਰੂ ਗ੍ਰੰਥ ਸਾਹਿਬ ਨੇ ਇੱਕ ਗੱਲ ਸਾਡੇ ਸਾਹਮਣੇ ਰੱਖੀ। ਭਗਤ ਕਬੀਰ ਸਾਹਿਬ ਕਹਿੰਦੇ, ਜਿਨ੍ਹਾਂ ਕਰਕੇ ਤੂੰ ਠੱਗੀਆਂ ਮਾਰਦਾ ਰਿਹਾ, ਜਿਨ੍ਹਾਂ ਦੇ ਖਾਤਰ ਤੂੰ ਧਨ ਇਕੱਠਾ ਕਰਦਾ ਰਿਹਾ, ਜਦੋਂ ਤੇਰਾ ਸਰੀਰ ਹਿੱਲਣ ਜੋਗਾ ਨਾ ਰਿਹਾ ਨਾ, ਕਿਸੇ ਨੇ ਤੇਰੀ ਬੁੱਕ ਵਿੱਚ ਪਾਣੀ ਤੱਕ ਨਹੀਂ ਪਾਣਾ, ਔਰ ਤੇਰਾ ਉੱਠਣਾ ਔਖਾ ਹੈ। ਅੱਜ ਵੇਖੋ ਨਾ, ਕਿਤਨੇ ਲੋਕਾਂ ਦੇ ਫੋਨ ਆਉਂਦੇ ਨੇ ਵੀ ਬੱਚੇ ਸਾਨੂੰ ਪੁੱਛਦੇ ਹੀ ਨਹੀਂ, ਬੱਚੇ ਸਾਡੀ ਸਾਰ ਹੀ ਨਹੀਂ ਲੈਂਦੇ, ਸਾਨੂੰ ਪਾਣੀ ਦਾ ਗਲਾਸ ਤੱਕ ਨਹੀਂ ਪੁੱਛਦੇ, ਬਾਹਰ ਕਹਿੰਦੇ ਰੋਡਾਂ 'ਤੇ ਲੰਗਰ ਲਾਈ ਜਾਂਦੇ ਨੇ। ਕਿੰਨੇ ਸਿੱਖਾਂ ਦੇ ਘਰਾਂ ਦੇ ਇਹ ਹਾਲ ਨੇ। ਅਸੀਂ ਜੋ ਸੜਕਾਂ 'ਤੇ ਰੋਡਾਂ 'ਤੇ ਲੰਗਰ ਲਾ ਕੇ, ਸਿਵਿਲਾਂ ਲਾ ਕੇ ਉਹਨਾਂ ਨੂੰ ਖੁਸ਼ ਕਰਕੇ ਰਾਜੀ ਹੈ। ਮਾਂ ਪਿਓ ਬਜ਼ੁਰਗ ਘਰ ਬੈਠੇ ਨੇ, ਉਹਨਾਂ ਨੂੰ ਗਲਾਸ ਪਾਣੀ ਮੰਗਣ, ਅਤੇ ਉੱਥੇ ਸਾਡੇ ਉੱਤੇ ਜ਼ੋਰ ਪੈਂਦਾ। ਦੇਖੋ ਅਸੀਂ ਕਿਸ ਪਾਸੇ ਤੁਰੇ ਹੋਏ ਹਾਂ। ਕਿ ਗੁਰੂ ਸਾਹਿਬ ਨੇ ਇਹ ਸਿਵਿਲਾਂ ਦਿੱਤੀਆਂ ਸੀ ਸਾਨੂੰ, ਕਿ ਇੱਦਾਂ ਦੇ ਲੰਗਰ ਦਿੱਤੇ ਸੀ ਵੀ ਗੁਰਦੁਆਰਿਆਂ ਤੁਸੀਂ ਲੰਗਰ ਲਾਓ ਅਤੇ ਘਰ ਮਾਂ ਪਿਓ ਭੁੱਖੇ ਬੈਠੇ ਹੋਣ। ਪਰ ਅਸੀਂ ਲੋਕਾਂ ਵਿੱਚ ਵਿਖਾਵਾ ਜੋ ਕਰਨਾ, ਆਪਣੀ ਵਡਿਆਈ ਦੇ ਭੁੱਖੇ ਆ ਨਾ। ਇੱਕ ਕਪਟ ਤਾਂ ਇਹ ਵੀ ਹੈ ਨਾ ਸਾਡੇ ਜੀਵਨ 'ਚ। ਦੋ ਕਪਟ ਦੱਸੇ ਸੀ ਨਾ, ਇੱਕ ਕਪਟ ਹੈ ਧਨ ਇਕੱਠਾ ਕਰਕੇ ਲਿਆਉਣਾ, ਦੂਜਾ ਕਪਟ ਹੈ ਹਉਮੈ ਹੰਕਾਰ ਦੇ ਖਾਤਰ ਮਨੁੱਖ, ਜਦੋਂ ਹਉਮੈ ਹੰਕਾਰੀ ਮਨੁੱਖ ਹੁੰਦਾ ਹੈ ਅਤੇ ਉਹ ਆਪਣੀ ਵਡਿਆਈ ਦਾ ਭੁੱਖਾ ਹੁੰਦਾ। ਆਪਣੀ ਵਡਿਆਈ ਕਰਕੇ ਆਪਣੇ ਅੰਦਰ ਦੇ ਪਰਦਿਆਂ ਨੂੰ ਢੱਕ ਕੇ ਰੱਖਣ ਵਾਸਤੇ ਉਹ ਧਾਰਮਿਕ ਕੰਮ ਕਰਦਾ, ਲੰਗਰ ਲਾਏਗਾ, ਛਬੀਲਾਂ ਲਾਏਗਾ, ਬਾਹਰ ਦਾ ਵਿਖਾਵਾ ਕਰੇਗਾ। ਪਰ ਜੇ ਉਸਦੇ ਨੇੜੇ ਹੋ ਕੇ ਵੇਖੋ, ਪਤਾ ਲੱਗਦਾ ਮਾਂ ਭੁੱਖੀ ਬੈਠੀ ਹੈ, ਪਿਓ ਭੁੱਖਾ ਬੈਠਾ, ਉਹਨਾਂ ਨੂੰ ਪੁੱਛਦਾ ਨਹੀਂ ਇੱਥੇ ਲੰਗਰ ਲਾਈ ਜਾਂਦਾ। ਘਰ ਦੇ ਵਿੱਚ ਪੋਚਾ ਲੱਗਦਾ ਨਹੀਂ, ਇੱਥੇ ਗੁਰਦੁਆਰਿਆਂ ਵਿੱਚ ਪੋਚੇ ਲਾਈ ਜਾਂਦੇ ਅਸੀਂ। ਇਹ ਹਾਲਾਤ ਨੇ ਸਾਡੇ ਸਿੱਖਾਂ ਦੇ। ਮਾਫ਼ ਕਰ ਦੇਣਾ। ਭਗਤ ਕਬੀਰ ਸਾਹਿਬ ਨੇ ਉਸ ਸਾਇੰਸ ਨੂੰ ਮੁੱਖ ਰੱਖ ਕੇ ਗੱਲ ਕੀਤੀ ਕਿ ਜਦੋਂ ਤੂੰ ਬੁੱਢਾ ਹੋ ਗਿਆ ਨਾ, ਹਿੱਲਣ ਜੋਗਾ ਸਰੀਰ ਨਾ ਰਿਹਾ, ਤਾਂ ਉਸ ਵੇਲੇ ਤੇਰੀ ਬੁੱਕ ਦੇ ਵਿੱਚ ਜਿਨ੍ਹਾਂ ਦੇ ਖਾਤਰ ਤੂੰ ਠੱਗੀਆਂ ਕਰਦਾ ਰਿਹਾ, ਉਹਨਾਂ ਨੇ ਪਾਣੀ ਤੱਕ ਨਹੀਂ ਪਾਣਾ। ਉਹਨਾਂ ਨੇ ਪਤਾ ਕੀ ਕਹਿਣਾ, ਸਾਡੇ ਕਰਕੇ ਥੋੜ੍ਹੀ ਕਰਦੇ ਰਹੇ ਹੋ ਤੁਸੀਂ। ਫਿਰ ਬੰਦਾ ਕੀ ਕਹਿੰਦਾ, ਸਾਡੇ ਕਰਕੇ ਥੋੜ੍ਹੀ ਕੀਤਾ। ਉਸ ਵੇਲੇ ਬੰਦੇ ਨੂੰ ਦੁੱਖ ਹੁੰਦਾ ਹੈ। ਅੱਜ ਦਾ ਮੁਖਵਾਕ ਮਹਾਰਾਜ ਕਹਿੰਦੇ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਹੁਣ ਰਾਤ ਕਾਰਨ ਤਨ ਸੰਚੀਐ ਭਲਕੇ ਚੱਲਣ ਹੋਏ। ਤੇ ਗੁਰਬਾਣੀ ਕੀ ਕਹਿ ਰਹੀ ਹੈ? ਕਹਿੰਦੇ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ। ਰਾਤ ਕਾਰਨ ਧਨ ਇਕੱਠਾ ਕੀਤਾ ਸੀ, ਜ਼ਿੰਦਗੀ ਸੁੱਖ ਨਾਲ ਜੀਵਾਂਗਾ। ਜਦੋਂ ਕਿ ਮੌਤ ਦਾ ਪਰਵਾਨਾ ਆ ਜਾਂਦਾ, ਸਮਝ ਲਓ ਸਵੇਰ ਹੋ ਗਈ ਜ਼ਿੰਦਗੀ ਦੀ। ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ। ਨਾਨਕ ਨਾਲ ਨਾ ਚੱਲੇ। ਜਦੋਂ ਬੰਦੇ ਦੇ ਨਾਲ ਨਹੀਂ ਚੱਲਦਾ, ਬੰਦੇ ਦਾ ਸਾਥ ਨਹੀਂ ਦਿੰਦਾ ਉਹ ਧਨ, ਉਹ ਪਦਾਰਥ, ਉਹ ਪਰਿਵਾਰ, ਉਹ ਟੱਬਰ, ਫਿਰ ਪਛਤਾਵਾ ਹੋਏ। ਫਿਰ ਪਛਤਾਵਾ ਕਰਦਾ, ਕਿਸ ਵਾਸਤੇ ਪਾਲਿਆ ਸੀ ਤੁਹਾਨੂੰ? ਇੰਨੀਆਂ ਠੱਗੀਆਂ ਕੀਤੀਆਂ, ਵੱਡੇ ਕੀਤਾ, ਪੜ੍ਹਾਇਆ ਤੁਹਾਨੂੰ, ਸਭ ਕੁਝ ਕਿਸ ਵਾਸਤੇ ਕੀਤਾ ਸੀ? ਇਹ ਇੱਕ ਪਰਿਵਾਰ ਨਹੀਂ, ਇੱਕ ਘਰ ਨਹੀਂ, ਇਹ ਸਾਰੇ ਜਗਤ ਦੀ ਇਹ ਹਾਲਤ ਹੈ। ਹਰ ਇੱਕ ਪ੍ਰਾਣੀ ਇਹੀ ਕੁਝ ਕਹਿੰਦਾ ਹੈ। ਫਿਰ ਪਛਤਾਵਾ ਹੁੰਦਾ ਹੈ ਵੀ ਮੈਂ ਇਹ ਕੀ ਕਰਦਾ ਰਿਹਾ, ਮੈਂ ਕੋਈ ਚੰਗਾ ਕੰਮ ਨਹੀਂ ਕੀਤਾ। ਬੜੇ ਮਿਲਦੇ ਨੇ ਜਿਹੜੇ ਕਹਿੰਦੇ ਅਸੀਂ ਕਦੀ ਗੁਰਦੁਆਰੇ ਨਹੀਂ ਆਏ ਬੱਚਿਆਂ ਕਰਕੇ, ਕਦੀ ਅਸੀਂ ਬਾਣੀ ਦਾ ਪਾਠ ਨਹੀਂ ਕੀਤਾ। ਮੈਂ ਕਿ ਇਹੀ ਕਾਰਨ ਹੈ ਜੋ ਅੱਜ ਤੁਹਾਨੂੰ ਘਰ ਵਿੱਚ ਧੱਕੇ ਪੈ ਰਹੇ ਨੇ। ਜੇ ਤੁਸੀਂ ਬਾਣੀ ਪੜ੍ਹੀ ਹੁੰਦੀ, ਬਾਣੀ ਦਾ ਗਿਆਨ ਲਿਆ ਹੁੰਦਾ, ਆਪਣੇ ਬੱਚਿਆਂ ਨੂੰ ਬਾਣੀ ਦਾ ਗਿਆਨ ਦਿੱਤਾ ਹੁੰਦਾ, ਤਾਂ ਉਹ ਤੁਹਾਡੀ ਸੇਵਾ ਕਰਦੇ। ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਿਆ ਹੁੰਦਾ, ਉਹ ਤੁਹਾਡੇ ਅੱਗੇ ਪਿੱਛੇ ਭੱਜਦੇ। ਕਿਉਂਕਿ ਗੁਰਮਤਿ ਆਪਣੇ ਆਪ ਦੇ ਵਿੱਚ ਜਿਹੜੀ ਹੈ ਸਾਨੂੰ ਆਪਣੇ ਵੱਡਿਆਂ ਦੀ ਇੱਜ਼ਤ ਕਰਨਾ ਸਿਖਾਉਂਦੀ ਹੈ।
ਗੁਰਮਤਿ ਮਾਂ ਪਿਓ ਦੀ ਸੇਵਾ ਕਰਨੀ ਸਿਖਾਉਂਦੀ ਹੈ। ਗੁਰਮਤਿ ਸਾਨੂੰ ਝਿੜਕਦੀ ਹੈ, ਕਾਹੇ ਪੂਤ ਝਗੜਤ ਹੋ ਸੰਗ ਪਾਪ, ਜਿਨ ਕੇ ਜਨੇ ਵਡੀਰੇ ਤੁਮ ਹੋ 300 ਝਗੜਤ ਪਾਪ। ਗੁਰਮਤਿ ਸਾਨੂੰ ਤਾੜਨਾ ਕਰਦੀ ਹੈ, ਕਿਸ ਪਾਸੇ ਤੁਰਿਆ ਹੋਇਆ ਤੂੰ। ਫਿਰ ਲਾਸਟ ਪੰਕਤੀ ਵਿੱਚ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਦੇਖ ਵਿਚਾਰ ਕਰ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨਾ ਜਪੈ ਸਵੇਰਾ। ਤੈਨੂੰ ਕਬੀਰ ਆਖਦਾ, ਇਹ ਜਿੰਦੇ ਕਿਸੇ ਨੇ ਵੀ ਤੇਰਾ ਸਾਥੀ ਨਹੀਂ ਬਣਨਾ, ਇੱਕ ਪ੍ਰਭੂ ਹੀ ਅਸਲ ਸਾਥੀ ਹੈ। ਤੂੰ ਵੇਲੇ ਸਿਰ ਹੁਣੇ ਹੀ ਹੁਣ ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿੱਚ ਨਹੀਂ ਸਿਮਰਦੀ ਹੈ ਜਿੰਦੇ। ਉਸ ਰੱਬ ਨੂੰ ਯਾਦ ਕਰ, ਉਸ ਨੇ ਸਾਥੀ ਬਣਨਾ। ਬਾਕੀ ਜਿਨ੍ਹਾਂ ਨੂੰ ਤੂੰ ਸਾਥੀ ਸਮਝਦੇ ਆ, ਜਿਨ੍ਹਾਂ ਨੂੰ ਸਮਝਣਾ ਸੁੱਖ ਦੀ ਆਸ ਲੈ ਕੇ ਬੈਠਾ ਹੋਇਆ, ਆਸ ਛੱਡ ਦੇ। ਗੁਰਬਾਣੀ ਕਹਿੰਦੀ ਹੈ, ਮਾਨੁਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਤਾਂ ਜਦੋਂ ਤੁਸੀਂ ਰਹਿਰਾਸ ਸਾਹਿਬ ਦਾ ਪਾਠ ਪੜ੍ਹਦੇ ਹੋ ਨਾ, ਤੇ ਮਹਾਰਾਜ ਕਹਿੰਦੇ ਨੇ ਇੱਕ ਵਿਚਾਰ ਕਰਕੇ ਵੇਖ ਲਈ। ਕਹਿੰਦੇ ਇਹ ਜਿਤਨੇ ਰਿਸ਼ਤੇ ਨੇ ਇਹ ਕੋਈ ਵੀ ਤੇਰਾ ਸਾਥ ਦੇਣ ਵਾਲੇ ਨੇ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਦਵੰਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਜਗ ਸੰਭਾਹੇ ਠਾਕੁਰ, ਕਾਹੇ ਮਨ ਉਹ ਕਰਿਆ। ਪੂਰੀ ਉਦਾਹਰਨ ਦੇ ਕੇ ਸਮਝਾਇਆ। ਊਡੇ ਊਡ ਆਵੈ ਸਹਿ ਕੋਸਾਂ, ਤਿਸ ਪਾਤਸ਼ਾਹ ਬਚੜੇ ਛਰਿਆ। ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਕਰਿਆ। ਮਹਾਰਾਜ ਕਹਿੰਦੇ ਨੇ ਕਿਤੇ ਵਿਚਾਰ ਕਰਕੇ ਵੇਖ ਲਈ ਜੀਵਨ ਦੇ ਵਿੱਚ। ਪਾਓ ਕਿ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਇਹ ਸਮਝਾਉਣਾ ਚਾਹੁੰਦੇ ਸਾਨੂੰ, ਵਿਹਾਰ ਕਾਰ ਵਿੱਚ ਠੱਗੀ ਆਦਿ ਕਰਨੀ ਭਾਰੀ ਮੂਰਖਤਾ। ਇਸ ਤੋਂ ਵੱਡੀ ਹੋਰ ਕਰਨੇ ਕੋਈ ਮੂਰਖਤਾ ਨਹੀਂ ਹੈ। ਜਿਨ੍ਹਾਂ ਪੁੱਤਰ ਇਸਤਰੀ ਆਦਿਕ ਲਈ ਮਨੁੱਖ ਠੱਗੀ ਚੋਰੀ ਕਰਦਾ ਹੈ, ਅੰਤ ਵੇਲੇ ਸਾਥ ਨਿਭਾਉਣ ਦੀ ਥਾਂ ਕਿਤੇ ਦੀ ਗੱਲ ਅੰਤ ਦੀ ਤਾਂ ਛੱਡੋ। ਕਹਿੰਦੇ ਬੁਢੇਪਾ ਆਉਣ 'ਤੇ ਹੀ ਲੋਕ ਖੁਸ਼ਕੇ ਪਾਸੇ ਹੋ ਜਾਂਦੇ ਨੇ, ਪਾਣੀ ਤੱਕ ਨਹੀਂ ਪੁੱਛਦੇ ਵੀ ਮਰਨ ਤੋਂ ਬਾਅਦ ਤਾਂ ਸਾਧ ਕੀ ਦੇਣਾ। ਜਿਉਂਦੇ ਜੀ ਹੀ ਉਹ ਲੋਕ ਜਿਨ੍ਹਾਂ ਵਾਸਤੇ ਤੂੰ ਠੱਗੀ ਕਰਨਾ, ਪਾਣੀ ਤੱਕ ਨਹੀਂ ਪੁੱਛਦੇ, ਸਗੋਂ ਉਹ ਬਚ ਜਾਂਦੇ ਹਨ, ਆਪਣੇ ਆਪ ਨੂੰ ਪਾਸੇ ਕਰ ਲੈਂਦੇ ਨੇ। ਹੁਣ ਤੁਸੀਂ ਬਜ਼ੁਰਗ ਹੋ ਗਏ, ਹੁਣ ਸਾਡੇ ਕੋਲੋਂ ਨਹੀਂ ਹੁੰਦਾ। ਇਹ ਬਹੁਤਿਆਂ ਦੀ ਤਰਸਯੋਗ ਹਾਲਤ ਹੈ ਸੰਸਾਰ ਦੀ। ਹਾਂ, ਗੁਰਬਾਣੀ ਨੇ ਸਾਨੂੰ ਸਿਧਾਂਤ, ਜਿਹੜਾ ਗੁਰਬਾਣੀ ਨਾਲ ਜੁੜੇਗਾ ਉਸ ਨੂੰ ਗੁਰੂ ਨੇ ਸਪਸ਼ਟ ਕਹਿ ਦਿੱਤਾ, ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਬਾਹਰ ਵਿਵਸਥਾ ਤੁਝੇ ਪਿਆਰਾ, ਦੂਧ ਹਰ ਚੋਵਨ ਭੋਜਨ ਸੁਖ ਸੂਦ ਬਿਰਧ ਪਿਆ। ਉੱਪਰ ਸਾਗ ਸੈਨ ਮੁਖ ਅਪਿਆਓ, ਬੈਠ ਕੇ ਦੈਨ। ਇਹ ਮਨੁੱਖ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ। ਤੂੰ ਬੱਚਾ ਸੀ, ਮਾਂ ਨੇ ਫੀਡ ਦਿੱਤੀ। ਹੁਣ ਤੂੰ ਜਵਾਨ ਹੋ ਗਿਆ, ਮਾਂ ਬੁੱਢੀ ਹੋ ਗਈ ਹੈ, ਤਾਂ ਤੇਰਾ ਕੰਮ ਹੈ ਸੇਵਾ ਕਰਨਾ। ਜਿਵੇਂ ਮਾਂ ਨੇ ਤੈਨੂੰ ਉਂਗਲ ਫੜ ਕੇ ਪਾਲਿਆ, ਵੱਡਾ ਕੀਤਾ, ਤੇਰੇ ਉੱਤੇ ਤਰਸ ਕੀਤਾ। ਹੁਣ ਮਾਂ ਦੇ ਉੱਤੇ, ਮਾਂ ਬੱਚੇ ਵਰਗੀ ਹੋ ਗਈ ਹੈ, ਹੁਣ ਮਾਂ ਦੇ ਉੱਤੇ ਤਰਸ ਕਰ, ਆਪਣੇ ਪਿਓ ਦੇ ਉੱਤੇ ਤਰਸ ਕਰ। ਗੁਰਬਾਣੀ ਨੇ ਸਾਨੂੰ ਇਹ ਸਿਖਾਇਆ ਹੈ। ਰਿਸ਼ਤੇ ਦੀ ਕਦਰ ਕਰਨੀ ਸਿਖਾਈ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ। ਇਸ ਕਰਕੇ ਇਹੀ ਗੁਜ਼ਾਰਿਸ਼ ਹੈ ਭਗਤ ਕਬੀਰ ਸਾਹਿਬ ਜੀ ਮਨੁੱਖਤਾ ਨੂੰ ਇਹੀ ਕਹਿਣਾ ਚਾਹੁੰਦੇ ਨੇ ਕਿ ਇਹ ਠੱਗੀਆਂ ਠੋਰੀਆਂ ਛੱਡ ਕੇ, ਫਰੇਬਬਾਜ਼ੀ ਛੱਡ ਕੇ ਦਸਾਂ ਨੂੰਹਾਂ ਦੀ ਕਿਰਤ ਕਰੀਏ, ਉਸ ਦੇ ਨਾਲ ਆਪਣੇ ਪਰਿਵਾਰ ਨੂੰ ਪਾਲੀਏ ਔਰ ਸੱਚ ਦੇ ਮਾਰਗ ਦੀ ਧਾਰਨੀ ਹੋਈਏ। ਲੋਕਾਂ ਨੂੰ ਕਪਟ ਕਰਕੇ, ਵਿਖਾਵਾ ਕਰਕੇ ਜ਼ਿੰਦਗੀ ਜਿਉਣ ਦੇ ਨਾਲ ਆਪਣੇ ਜੀਵਨ ਦੇ ਵਿੱਚੋਂ ਹੀ ਅਸੀਂ ਆਪਣੇ ਰੱਬੀ ਗੁਣ ਗਵਾ ਲੈਂਦੇ ਹਾਂ। ਇਸ ਕਰਕੇ ਅੰਦਰ ਰੱਬੀ ਗੁਣ ਪ੍ਰਗਟ ਕਰੀਏ। ਜੋ ਅਸੀਂ ਹਾਂ ਉਹ ਲੋਕਾਂ ਨੂੰ ਦਿਖਾਈਏ। ਅਸੀਂ ਕੀ ਕਰਦੇ, ਜੋ ਨਹੀਂ ਹਾਂ ਉਹ ਦਿਖਾਉਂਦੇ ਹਾਂ, ਜੋ ਹਾਂ ਉਹਨੂੰ ਲੁਕਾ ਲੈਂਦੇ ਹਾਂ। ਮੈਂ ਇੱਥੋਂ ਗੱਲ ਸ਼ੁਰੂ ਕੀਤੀ ਸੀ। ਅਸੀਂ ਜੋ ਹਾਂ ਉਹਨੂੰ ਅਸੀਂ ਦਿਖਾਉਂਦੇ ਨਹੀਂ ਹਾਂ, ਜੋ ਦਿਖਾਉਂਦੇ ਉਹ ਅਸੀਂ ਹਾਂ ਨਹੀਂ। ਅਸੀਂ ਜੋ ਹਾਂ ਉਹ ਕਰਕੇ ਵਿਖਾਈਏ ਵੀ ਅਸੀਂ ਇੱਦਾਂ ਦੇ ਹਾਂ। ਗੁਰਬਾਣੀ ਨੇ ਤਾਂ ਹੀ ਕਿਹਾ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ, ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। ਮੈਂ ਤਾਂ ਨੀਚ ਹਾਂ। ਇਤਨੇ ਬਚਨ ਅੱਜ ਦੇ ਦੀਵਾਨ 'ਚ ਪ੍ਰਵਾਨ ਕਰ ਲੈਣੇ। ਸਾਰਿਆਂ ਦਾ ਧੰਨਵਾਦ ਜੀ। ਆਇਆਂ ਨੂੰ ਬੜੇ ਪ੍ਰੇਮ ਨਾਲ ਹਾਜ਼ਰੀਆਂ ਭਰੀਆਂ। ਗੁਰੂ ਮਹਾਰਾਜ ਭਲੀ ਕਰਨ, ਸਰਬਤ ਸੰਗਤਾਂ ਦੇ ਸਿਰ 'ਤੇ ਆਪਣਾ ਮਿਹਰਦਾਤ ਰੱਖਣ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਗੁਰਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।